ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਔਰ ਆਪ ਸਭ ਨੂੰ ਪਤਾ ਹੈ, ਸੋਮਵਾਰ ਦਾ ਦਿਨ ਸਵਾਲ ਜਵਾਬ ਲਈ ਅਸੀਂ ਰੱਖਿਆ ਹੁੰਦਾ ਔਰ ਸਾਡੇ ਨਾਲ ਪੈਨਲ ਦੇ ਵਿੱਚ ਵੀਰ ਹਰਜੀਤ ਸਿੰਘ ਜੀ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਇਹਨਾਂ ਦੇ ਦਰਸ਼ਨ ਹੋਏ ਨੇ। ਬਾਕੀ ਮੈਨੂੰ ਬੇਨਤੀ ਹੈ ਵੀ ਮਨਮੋਹਨ ਸਿੰਘ ਜੀ ਪੁੰਛ ਵਾਲੇ ਉਹ ਵੀ ਆ ਗਏ ਹਨ, ਤਾਂ ਕਿਰਪਾ ਕਰਕੇ ਸੰਗਤ ਨੂੰ ਫਤਿਹ ਬੁਲਾ ਕੇ ਆਪਣੀ ਹਾਜ਼ਰੀ ਦੱਸਣ ਜੀ। ਮਨਮੋਹਨ ਸਿੰਘ ਜੀ ਪੁੰਛ ਲੱਗਦਾ ਜੇ ਜੁਆਇਨ ਨਹੀਂ ਕੀਤਾ। MP ਸਿੰਘ ਜੀ ਦਿੱਲੀ ਤੋਂ ਅਗਰ ਆ ਗਏ ਹਨ ਤਾਂ ਕਿਰਪਾ ਕਰਕੇ ਸੰਗਤ ਨੂੰ ਫਤਿਹ ਬੁਲਾ ਲੈਣ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ UK ਵਾਲੇ, ਉਹਨਾਂ ਦਾ ਸ਼ਾਇਦ ਮੈਂ ਮੈਸੇਜ ਵੀ ਪਾਇਆ ਸੀ, ਉਹਨਾਂ ਦਾ ਅੱਜ ਕੋਈ ਪ੍ਰੋਗਰਾਮ ਹੈ ਤੇ ਉਹ ਸ਼ਾਇਦ ਨਾ ਆ ਸਕਣ। ਮੈਂ ਮੈਸੇਜ ਪਾਇਆ ਜੀ, ਆ ਗਏ ਤੇ ਹਾਂਜੀ ਓਕੇ ਹੈ ਜੀ, ਹੁਣ ਮੈਂ ਆ ਗਿਆ। ਪਹਿਲੇ ਵਾਈਫਾਈ ਕੁੱਟਿਆ ਗਿਆ ਸੀ ਮੇਰਾ। ਠੀਕ ਹੈ ਜੀ, ਸ਼ੁਕਰੀਆ ਜੀ। MP ਸਿੰਘ ਜੀ ਆ ਗਏ ਨੇ। MP ਸਿੰਘ ਜੀ ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਾਈਫਾਈ ਦਾ ਕਨੈਕਸ਼ਨ ਬ੍ਰੇਕ ਹੋ ਗਿਆ ਸੀ। ਮਨਮੋਹਨ ਸਿੰਘ ਜੀ ਆ ਗਏ। ਹਾਂਜੀ ਜੀ, ਵਾਹਿ ਖਾਲਸਾ ਵਾਹਿ ਫਤਿਹ। ਖਾਲਸਾ ਵਾਹਿ ਫਤਿਹ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। तो प्रिंसिपल साहब सुरिंदर सिंह जी वाहिगुरु जी का खालसा वाहिगुरू जी की फतेह जी। तो हरजीत सिंह जी ने पहले संगत ਨੂੰ फतेह बुलाई है जी। तो ਹੁਣ ਪੈਨਲ ਦੇ ਮੈਂਬਰ ਜਿਹੜੇ ਨੇ ਉਹ ਆਪ ਦੀ ਹਾਜ਼ਰੀ 'ਚ ਨੇ ਜੀ, ਸਵਾਏ ਗਿਆਨੀ ਕੁਲਵੰਤ ਸਿੰਘ ਜੀ ਦੇ ਤੇ UK ਵਾਲੇ। ਉਹਨਾਂ ਦਾ ਜਿਸ ਤਰ੍ਹਾਂ ਦੱਸਿਆ ਵੀ ਅੱਜ ਉਹਨਾਂ ਦਾ ਪ੍ਰੋਗਰਾਮ ਕਨਫਰਮ ਨਹੀਂ ਹੈ, ਉਹਨੂੰ ਕਿਤੇ ਹੋਰ ਜਾਣਾ ਤੇ ਜੇ ਆ ਸਕਦੇ ਹੋਏ ਤਾਂ ਜੁਆਇਨ ਕਰ ਜਾਣਗੇ ਜੀ। ਪਰ ਅਸੀਂ ਆਓ ਆਪਣੇ ਸਮੇਂ ਵੱਲ ਚੱਲੀਏ। ਤੋ ਸ਼ੁਰੂ ਕਰਦੇ ਹਾਂ ਜੀ। ਤੋ ਸਾਧ ਸੰਗਤ ਜੀ, ਜਿਹੜੇ ਸਵਾਲ ਸਾਡੇ ਕੋਲ ਆਏ ਨੇ ਉਹਨਾਂ ਚੋਂ ਐਤਵਾਰ ਨੂੰ ਮੀਟਿੰਗ ਤੋਂ ਬਾਅਦ ਤੇ ਉਸ ਕਲਾਸ ਤੋਂ ਬਾਅਦ ਪੈਨਲ ਆਪਸ 'ਚ ਡਿਸਕਸ ਕਰਦਾ, ਤੋ ਡਿਸਕਸ ਕੀਤੇ ਗਏ ਨੇ। ਹੁਣ ਆਪ ਨਾਲ ਆਪਾਂ ਸਾਂਝੇ ਕਰਨੇ ਨੇ। ਫਿਰ ਬੇਨਤੀ ਕਰਦੇ ਹਾਂ ਵੀ ਜਿਤਨੇ ਸਵਾਲ ਆਉਂਦੇ ਨੇ ਉਹ ਸਾਡੇ ਕੋਲ ਲਿਖੇ ਨੇ, ਤੋ ਜਿਤਨੇ ਹੋ ਸਕਣਗੇ ਉਹ ਅੱਜ ਦੇ ਸਮੇਂ 'ਚ ਦਿੱਤੇ ਸਮੇਂ 'ਚ ਕੀਤੇ ਜਾਣਗੇ। ਬਾਕੀ ਅਗਲੇ ਹਫਤੇ ਲਈ ਰੱਖ ਲਾਂਗੇ। ਅੱਜ ਵੀ ਅਸੀਂ ਜਿਸ ਸਵਾਲ ਤੋਂ ਸ਼ੁਰੂ ਕਰਨਾ ਹੈ, ਇਹ ਸਵਾਲ ਪਹਿਲੇ ਦਾ ਪੈਂਡਿੰਗ ਹੈ। ਇਹ ਸਵਾਲ ਸਰਦਾਰ ਦਰਸ਼ਨ ਸਿੰਘ ਜੀ ਨਾਭਾ ਵਾਲੇ ਸਾਡੇ ਵੀਰ ਜੀ ਉਹਨਾਂ ਨੇ ਭੇਜਿਆ ਸੀਗਾ। ਤੋ ਉਹਨਾਂ ਨੇ ਸਾਡੇ ਮੈਂ ਪਹਿਲੇ ਖਿਮਾ ਮੰਗਦਾ ਬਈ ਉਹ ਕਿਸੇ ਤਰੀਕੇ ਸਾਡੇ ਸਾਹਮਣੇ ਨਹੀਂ ਆਇਆ, ਜਿਸ ਕਰਕੇ ਪਿਛਲੇ ਹਫਤੇ ਡਿਸਕਸ ਨਹੀਂ ਹੋ ਸਕਿਆ। ਇਸ ਲਈ ਸਭ ਤੋਂ ਪਹਿਲਾਂ ਅੱਜ ਅਸੀਂ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਲੈ ਕੇ ਸ਼ੁਰੂ ਕਰਾਂਗੇ। ਤਾਂ ਕੋਸ਼ਿਸ਼ ਹੈ ਵੀ ਜਿੰਨੇ ਸਵਾਲ ਸਾਡੇ ਕੋਲ 6-7 ਆਏ ਉਹ ਡਿਸਕਸ ਹੋ ਜਾਣ। ਜੇ ਕੋਈ ਰਹਿ ਜਾਏਗਾ
ਤੋਂ ਆਪ ਅਗਲੇ ਹਫਤੇ ਲਈ ਰੱਖ ਲਾਂਗੇ ਜੀ। ਆਓ ਜੀ ਸ਼ੁਰੂ ਕਰਦੇ ਹਾਂ। ਤੋਂ ਪਹਿਲਾ ਜਿਹੜਾ ਸਵਾਲ ਹੈ ਦਰਸ਼ਨ ਸਿੰਘ ਜੀ ਦਾ, ਇਹ ਹੈ ਗੁਰਗੱਦੀ ਪੁਰਬ ਔਰ ਪ੍ਰਕਾਸ਼ ਪੁਰਬਾਂ ਬਾਰੇ। ਮੈਂ ਬੇਨਤੀ ਕਰਦੇ ਹਾਂ ਕਿ ਜਿੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜੋ ਨਾਨਕ ਨਿਰਮਲ ਪੰਥ ਚਲਾਇਆ, ਜਿਹਦੀਆਂ ਬਹੁਤ ਖਾਸੀਅਤਾਂ, ਔਰ ਸਾਰਾ ਸੰਸਾਰ ਜਿਹੜਾ ਵੀ ਸਿੱਖਇਜ਼ਮ ਨੂੰ ਸਟੱਡੀ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਟੱਡੀ ਕਰਦਾ ਹੈ, ਉਹ ਇਹ ਕਹਿਣ ਤੋਂ ਨਹੀਂ ਰੁਕਦਾ ਬਈ ਇਹ ਸਭ ਤੋਂ ਵਧੀਆ ਧਰਮ ਹੈ। ਜਿੱਥੇ ਸਭ ਤੋਂ ਲੇਟੈਸਟ ਹੈ ਉੱਥੇ ਸਭ ਤੋਂ ਵਧੀਆ ਧਰਮ ਹੈ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਇੱਕ ਸਿੱਖ ਹਾਂ। ਇਹ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਅਨੁਮਤੀ ਹੈ ਵੀ ਇਸ ਨੂੰ ਪੜ੍ਹਦੇ ਨੇ, ਸਮਝਦੇ ਨੇ, ਉਹਨਾਂ ਸਾਰਿਆਂ ਨੂੰ ਇਹ ਕਹਿਣਾ ਪੈਂਦਾ ਵੀ ਇਹ ਮਤ ਬਹੁਤ ਵਧੀਆ। ਪਰ ਸਾਡੀ ਆਪਣੀ ਜੋ ਸਾਡੀ ਕਮਿਊਨਿਟੀ ਹੈ ਉਹਦੇ ਵਿੱਚ ਮੈਨੂੰ ਖਿਮਾ ਕਰਨਾ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਜਿਸ ਕਰਕੇ ਸਾਡੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਠੀਕ ਨਹੀਂ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਤੱਕ ਅਸੀਂ ਇਹ ਹੀ ਨਹੀਂ ਫੈਸਲਾ ਕਰ ਸਕੇ ਕਿ ਗੁਰਪੁਰਬਾਂ ਦੀਆਂ ਤਰੀਕਾਂ ਕਿਹੜੀਆਂ ਨੇ। ਜੇਕਰ ਕਿਸੇ ਨੇ ਕੋਸ਼ਿਸ਼ ਕੀਤੀ ਵੀ ਤਾਂ ਉਹ ਨਾਨਕਸ਼ਾਹੀ ਕੈਲੰਡਰ ਬਣਿਆ ਵੀ 4 ਸਾਲ ਲਾਗੂ ਵੀ ਰਿਹਾ, ਉਸ ਤੋਂ ਬਾਅਦ ਰਿਹਾ ਉਹ ਫਿਰ ਮਤਲਬ ਵੀ ਉਹਦਾ ਨਾਮ ਬੇਸ਼ੱਕ ਨਾਨਕਸ਼ਾਹੀ ਕੈਲੰਡਰ ਹੈ, ਪਰ ਅੱਜ ਦੀ ਤਰੀਕ 'ਚ ਵੀ ਆਪਾਂ ਦੇਖਦੇ ਹਾਂ ਬਈ ਗੁਰਪੁਰਬਾਂ, ਬਹੁਤ ਸਾਰੇ ਗੁਰਪੁਰਬ ਜਿਹੜੇ ਨੇ ਉਹਨਾਂ ਦੀਆਂ 2-2 ਤਰੀਕਾਂ ਸਾਹਮਣੇ ਆਉਂਦੀਆਂ। ਇਹ ਚੰਗੀ ਗੱਲ ਨਹੀਂ ਹੈ। ਸਾਰੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ, ਇੱਕ ਪੰਥ ਪ੍ਰਵਾਨ ਤਹਿਤ ਮਰਿਆਦਾ ਦੇ ਝੰਡੇ ਥੱਲੇ, ਔਰ ਇੱਕ ਨਿਸ਼ਾਨ ਔਰ ਇੱਕ ਹੀ ਸਾਡਾ ਮਿਸ਼ਨ ਹੋਣਾ ਚਾਹੀਦਾ। ਤਾਂ ਇਹ ਬੜੀਆਂ ਹੈ ਤਾਂ ਗੱਲਾਂ ਛੋਟੀਆਂ ਨੇ ਪਰ ਬੜੀਆਂ ਵੱਡੀਆਂ ਬਣ ਗਈਆਂ ਜਿਹੜੀਆਂ ਗੁਰਪੁਰਬਾਂ ਦੀਆਂ ਤਰੀਕਾਂ, ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਗੁਰਪੁਰਬ ਕਿਹੜੀ ਤਰੀਕ ਆ ਰਿਹਾ। ਚੰਗਾ ਹੋਵੇ ਸਤਿਗੁਰੂ ਕਿਰਪਾ ਕਰਨ ਵੀ ਸਾਰੀ ਕੌਮ ਇਕਜੁੱਟ ਹੋ ਕੇ ਫੈਸਲਾ ਕਰ ਲਵੇ, ਔਰ ਜਿਤਨੇ ਵੀ ਗੁਰਪੁਰਬ ਨੇ ਉਹਨਾਂ ਦੀਆਂ ਤਰੀਕਾਂ ਨਿਸ਼ਚਿਤ ਹੋਣ ਤੇ ਸਾਨੂੰ ਪਤਾ ਹੋਣ। ਹਾਲਾਂਕਿ ਜਿਹੜੇ ਅਨੁਮਤੀਆਂ ਦੇ ਪੁਰਬ ਨੇ ਉਹਨਾਂ ਬਾਰੇ ਤੇ ਸਾਡੇ ਬੱਚਿਆਂ ਨੂੰ ਸਭ ਕੁਝ ਪਤਾ ਹੈ, ਪਰ ਆਪਣੇ ਪੁਰਬਾਂ ਬਾਰੇ ਸਾਨੂੰ ਆਪ ਨਹੀਂ ਪਤਾ ਤੇ ਬੱਚਿਆਂ ਨੂੰ ਕੀ ਦੱਸੀਏ ਵੀ ਕਿਹੜਾ ਗੁਰਪੁਰਬ ਕਿਸ ਤਰੀਕ ਆ ਰਿਹਾ। ਤਾਂ ਖੈਰ ਇਹ ਵਿਸ਼ਾ ਜਿਹੜਾ ਹੈ ਇਹ ਵਿਚਾਰ ਮੰਗਦਾ, ਔਰ ਇਸੇ ਵਿਸ਼ੇ ਨਾਲ ਸੰਬੰਧਿਤ ਥੋੜਾ ਜਿਹਾ ਇੱਕ ਇਹ ਸਵਾਲ ਹੈਗਾ। ਤਾਂ ਸਵਾਲ ਹੈ ਗਿਆਨੀ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਸਰ ਦਰਸ਼ਨ ਸਿੰਘ ਜੀ ਵੱਲੋਂ, ਬਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ, ਔਰ ਜਿਹੜੇ ਦੂਸਰੇ ਗੁਰੂ ਸਾਹਿਬਾਨ ਤੋਂ 10ਵੇਂ ਗੁਰੂ ਸਾਹਿਬਾਨ ਨੇ ਉਹਨਾਂ ਨੇ ਇਹ ਪੁੱਛਿਆ ਵੀ ਕਿਆ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਜਾਂ ਗੁਰਗੱਦੀ ਪੁਰਬ ਮਨਾਉਣਾ ਚਾਹੀਦਾ। ਇਹਦੇ ਬਾਰੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਕਿਰਪਾ ਕਰਕੇ ਵਿਚਾਰ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਠੀਕ ਠਾਕ ਹੈ ਜੀ? ਹਾਂਜੀ ਠੀਕ ਹੈ। ਵੀਰ ਦਰਸ਼ਨ ਸਿੰਘ ਜੀ ਵੱਲੋਂ ਇਹ ਸਵਾਲ ਬਹੁਤ ਪਹਿਲਾਂ ਕੀਤਾ ਗਿਆ ਸੀ, ਲਗਭਗ ਮਾਰਚ ਦੇ ਪਹਿਲੇ ਹਫ਼ਤੇ ਸ਼ਾਇਦ। ਮੇਰਾ ਜਦੋਂ ਆਪਣੀ ਡਾਇਰੀ ਫਰੋਲੀ ਉਹਦੇ ਵਿੱਚ ਪਹਿਲੇ ਦਿਨਾਂ 'ਚ ਇਹ ਸਵਾਲ ਆ ਗਿਆ ਸੀ, ਪਰ ਕੋਈ ਨਜ਼ਰਅੰਦਾਜ਼ ਕਿਸ ਢੰਗ ਨਾਲ ਹੋ ਗਿਆ, ਕਿਵੇਂ ਹੋ ਗਿਆ, ਇਸ ਗੱਲ ਦੀ ਖਿਮਾ ਚਾਹੁੰਦੇ ਹੋਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਦਾ ਸਵਾਲ ਜਿਸ ਤਰ੍ਹਾਂ ਵੀਰ ਜੀ ਨੇ ਦੱਸ ਦਿੱਤਾ ਹੈ, 2 ਹਿੱਸੇ ਦੇ ਬਣਦੇ ਨੇ। ਦੂਜੇ ਹਿੱਸੇ ਵਿੱਚ ਇਹਨਾਂ ਨੇ ਪੁੱਛਿਆ ਸੀ ਸਤਿਗੁਰੂ ਕੇ ਜਨਮੇ ਗਬਨ ਮਿਟਾਇਆ। ਇਹ ਤੁਕ ਕੀ ਸਿੱਖ ਤੇ ਹੀ ਲਾਗੂ ਹੁੰਦੀ ਹੈ ਕਿ ਗੁਰੂ ਸਾਹਿਬਾਨ ਤੇ ਵੀ ਲਾਗੂ ਹੁੰਦੀ ਹੈ? ਸੋ ਮੈਂ ਕੋਸ਼ਿਸ਼ ਕਰਦਾ ਇਸ ਸੰਖੇਪ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਪੁਰਬ ਦਾ ਵਿਸ਼ੇਸ਼ ਮਹੱਤਵ ਬਿਆਨ ਕਰਦੇ ਹੋਏ ਹਰ ਪ੍ਰਚਾਰਕ ਹਰ ਸਟੇਜ ਤੇ ਗੁਰਪੁਰਬ ਸਮੇਂ ਇਹ ਗੱਲ ਕਹਿੰਦਾ ਹੈ, ਕੁਰਬਾਨੀ ਤੇ ਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਸੋ ਇਹ ਤੋਂ ਪਤਾ ਲੱਗਦਾ ਹੈ ਕਿ ਗੁਰਪੁਰਬ ਮਨਾਉਣ ਦੀ ਜਿਹੜੀ ਪਰੰਪਰਾ ਹੈ ਉਹ ਲਗਭਗ ਗੁਰੂ ਸਾਹਿਬਾਨ ਦੇ ਸਮੇਂ ਤੋਂ ਪਹਿਲੇ ਪਾਤਸ਼ਾਹ ਦੇ ਗੁਰਪੁਰਬ ਮਨਾਉਣ ਦੀ ਪਰੰਪਰਾ ਲਗਭਗ ਸ਼ੁਰੂ ਹੋ ਚੁੱਕੀ ਸੀ। ਜਿੱਥੋਂ ਤੱਕ ਸੰਬੰਧ ਹੈ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਧੁਰ ਦਰਗਾਹ ਤੋਂ ਹੀ ਗੁਰਗੱਦੀ ਦੇ ਵਾਰਸ ਬਣ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤੇ ਬਚਪਨ ਤੋਂ ਹੀ ਉਹਨਾਂ ਨੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਸ ਤਰ੍ਹਾਂ ਸਾਖੀਆਂ 'ਚ ਪ੍ਰਚਲਿਤ ਹੈ। ਬਾਕੀ ਦੂਜੇ ਤੀਜੇ ਤੇ ਚੌਥੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ 28 ਸਾਲ ਦੀ ਉਮਰ ਵਿੱਚ, ਧੰਨ ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਵਿੱਚ, ਤੇ ਚੌਥੇ ਪਾਤਸ਼ਾਹ 7 ਸਾਲ ਦੀ ਉਮਰ ਦੇ ਵਿੱਚ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਗੁਰਮਤਿ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ। ਤੇ ਕੁਦਰਤੀ ਗੱਲ ਹੈ ਕਿ ਹਰ ਜਗਿਆਸੂ ਜੋ ਸੁਚੇਤ ਜਗਿਆਸੂ ਹੈ ਉਹਦੇ ਮਨ ਵਿੱਚ ਫੁਰਨਾ ਫੁਰਦਾ ਹੈ ਕਿ ਉਹਨਾਂ ਦਾ ਪਹਿਲਾ ਜਿਹੜਾ ਜੀਵਨ ਹੈ ਗੁਰਗੱਦੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ, ਸਿੱਖੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਤੇ ਜਦੋਂ ਤੋਂ ਗੁਰੂ ਘਰ ਦੇ ਨਾਲ ਸੰਪਰਕ ਜੁੜਿਆ ਤੇ ਅਸੀਂ ਗੁਰਪੁਰਬ ਕਿਹੜੇ ਮਨਾਉਣੇ ਨੇ। ਭਾਈ ਸਾਹਿਬ ਭਾਈ
ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਕੰਡ ਦੇ ਪੰਨਾ 383 ਤੇ ਲਿਖਿਆ ਹੈ ਕਿ ਸਤਿਗੁਰਾਂ ਨਾਲ ਸੰਬੰਧਿਤ ਉਤਸਵ ਨੂੰ ਪਰਬ ਜਾਂ ਪੁਰਬ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਨ, ਦੂਜੇ ਤੋਂ ਲੈ ਕੇ 9ਵੇਂ ਪਾਤਸ਼ਾਹ ਦੇ ਗੁਰਗੱਦੀ ਦਿਨ, 10ਵੇਂ ਪਾਤਸ਼ਾਹ ਦਾ ਵੀ ਉਹਨਾਂ ਨੇ ਪ੍ਰਕਾਸ਼ ਦਿਨ ਵਿੱਚ ਲਿਖ ਕੇ ਖਾਲਸੇ ਦਾ ਜਨਮ ਦਿਹਾੜਾ ਜਾਂ ਪ੍ਰਕਾਸ਼ ਦਿਹਾੜਾ ਕਹਿ ਲਈਏ ਕਿ ਕੁੱਲ 12 ਗੁਰਪੁਰਬ ਬਣਦੇ ਹਨ। ਜੋਤੀ ਜੋਤ ਸਮਾਨ ਜਾਂ ਸ਼ਹੀਦੀ ਦਿਨ ਨੂੰ ਭਾਈ ਸਾਹਿਬ ਕਹਿੰਦੇ ਨੇ ਕਿ ਪੁਰਬ ਨਹੀਂ, ਉਹਨਾਂ ਨੂੰ ਜੋਤੀ ਜੋਤ ਜਾਂ ਸ਼ਹੀਦੀ ਦਿਨ ਹੀ ਕਹਿਣਾ ਚਾਹੀਦਾ। ਪਰ ਕੁੱਲ ਮਿਲਾ ਕੇ ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਗੁਰਪੁਰਬ ਦੀ ਵਿਚਾਰ ਕਰਦੇ ਹਾਂ ਤਾਂ ਲਗਭਗ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸੰਬੰਧਿਤ 3 ਦਿਹਾੜੇ ਇਹ ਮਿਲਾ ਕੇ 34 ਪੁਰਬ ਬਣ ਜਾਂਦੇ ਨੇ। ਇਸ ਲਈ ਅੱਜ ਦਾ ਜਿਹੜਾ ਸਾਡਾ ਸਵਾਲ ਹੈ ਕਿ ਸਾਨੂੰ ਕਿਹੜੇ ਗੁਰਪੁਰਬ ਮਨਾਉਣੇ ਚਾਹੀਦੇ, ਖਾਸ ਕਰਕੇ ਦੂਜੇ ਪਾਤਸ਼ਾਹ ਦੇ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਦੇ। ਤੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ 3 ਗੁਰਪੁਰਬ ਆਮ ਤੌਰ ਤੇ ਮਨਾਏ ਜਾਂਦੇ ਨੇ। ਇੱਕ ਜਨਮ ਪੁਰਬ, ਦੂਜਾ ਗੁਰਗੱਦੀ ਪੁਰਬ ਤੇ ਤੀਜਾ ਜੋਤੀ ਜੋਤ ਸਮਾਨ ਦਾ ਪੁਰਬ। ਤੇ ਆਮ ਜਿਗਿਆਸੂ ਇਹ ਸਵਾਲ ਕਰ ਦਿੰਦੇ ਨੇ ਕਿ ਦੂਜੇ ਗੁਰੂ ਸਾਹਿਬਾਨ ਦੇ ਜਿਹੜੇ ਹੈ ਉਹ ਪੁਰਬ ਕਦੋਂ ਮਨਾਉਣੇ ਚਾਹੀਦੇ ਨੇ ਜਿਹੜੇ ਸਿੱਖੀ ਨਾਲ ਸੰਬੰਧਿਤ ਨੇ। ਸੋ ਇਸ ਸੰਬੰਧੀ ਇਹ ਵਿਚਾਰ ਵੀਰ ਜੀ ਨੇ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਸਾਨੂੰ ਪਹਿਲਾਂ ਹੀ ਗੁਰਪੁਰਬਾਂ ਦੇ ਚੇਤਾ ਨਹੀਂ ਹੁੰਦਾ। ਜੇ ਉਦਮ ਕੀਤਾ ਗਿਆ ਸੀ ਸਾਡਾ ਉਹ ਉਦਮ ਵੀ ਤਹਿਸ਼ ਨਹਿਸ਼ ਹੋ ਗਿਆ ਤੇ ਸਿੱਖਾਂ ਨੂੰ ਅਨਮਤੀਏ ਪੁਰਬ ਸਾਰੇ ਯਾਦ ਹੁੰਦੇ ਨੇ, ਆਪਣੇ ਗੁਰਪੁਰਬ ਨਹੀਂ। ਇਹ ਲਈ ਚੰਗੀ ਗੱਲ ਇਹੀ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਗੁਰੂ ਸਾਹਿਬਾਨ ਦੀ ਯਾਦ ਮਨਾਈ ਜਾਵੇ ਉਹ ਚੰਗੀ ਹੋਈ ਹੈ। ਪਰ ਮੁੱਖ ਤੌਰ ਤੇ ਬਾਕੀ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਹੀ ਸਾਨੂੰ ਮਨਾਉਣੇ ਚਾਹੀਦੇ ਨੇ, ਕਿਉਂਕਿ ਗੁਰੂ ਸਾਹਿਬਾਨ ਦੇ ਜਿਹੜੇ ਦੂਜੇ ਤੀਜੇ ਚੌਥੇ ਪਾਤਸ਼ਾਹ ਜਿਹੜੇ ਨੇ ਕੁਝ ਸਮੇਂ ਦੇ ਬਾਅਦ ਸੰਪਰਕ ਹੋਏ ਪਹਿਲੇ ਸਤਿਗੁਰੂ ਸਨ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਨੇ ਗੁਰੂ ਅਰਜਨ ਦੇਵ ਜੀ ਬਾਰੇ ਲਿਖਿਆ ਸੀ, ਕਹਿੰਦੇ ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਇਸੇ ਗੱਲ ਤੇ ਸਾਡਾ ਇਹ ਸ਼ੰਕਾ ਖੜਾ ਹੋ ਜਾਂਦਾ ਹੈ। ਸੋ ਜਨਮ ਦਿਨ ਦੀ ਥਾਂ ਮੈਂ ਪਹਿਲਾਂ ਵੀ ਇਹ ਬੇਨਤੀ ਕਰਦਾ ਹੁੰਦਾ ਸਿੱਖ ਸੰਗਤਾਂ ਨੂੰ ਕਿ ਜਦੋਂ ਸਿੱਖੀ ਵਿੱਚ ਪ੍ਰਵੇਸ਼ ਕਰਦਾ ਹੈ ਨਾ, ਦਰਅਸਲ ਉਦੋਂ ਹੀ ਸਿੱਖ ਦਾ ਅਸਲੀ ਜਨਮ ਹੁੰਦਾ ਹੈ। ਕਿਉਂਕਿ 2 ਕਿਸਮ ਦੀ ਮੌਤ ਆਮ ਤੌਰ ਤੇ ਪ੍ਰਚਲਿਤ ਹੈ। ਸਿੱਖ ਦੀ ਇੱਕ ਮੌਤ ਹੈ ਸਰੀਰਕ ਖਾਤਮਾ, ਤੇ ਦੂਜੀ ਮੌਤ ਉਹ ਹੈ ਜਦੋਂ ਸਿੱਖ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਖਚਿਤ ਹੋ ਜਾਂਦਾ। ਕਸਮ ਵਿਸਾਰੇ ਤੇ ਕਮਜਾਤ ਨਾਨਕ ਨਾਮੇ ਬਾਜ਼ ਸੁਨਾਰ ਜਾਂ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਮ। ਇਸ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਕਿ ਸਾਡਾ ਜਨਮ ਜਿਹੜਾ ਹੈ ਉਹ ਅਸਲੀ ਜਨਮ ਉਦੋਂ ਹੁੰਦਾ ਹੈ ਜਦੋਂ ਅਸੀਂ ਸਤਿਗੁਰੂ ਦੇ ਚਰਨੀ ਲੱਗ ਜਾਂਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿੱਚ ਕਿ ਸਿੱਖ ਨੇ ਪਹਿਲਾਂ ਜਨਮ ਜਿਹੜਾ ਹੈ ਉਹ ਤਾਂ ਮਾਤਾ ਤੋਂ ਮਿਲ ਗਿਆ, ਪਰ ਪਹਿਲਾਂ ਗੁਰਸਿੱਖ ਜਨਮ ਲੈ। ਉਸ ਜਨਮ ਨੂੰ ਸਫਲ ਕਰਨ ਲਈ ਪਹਿਲਾਂ ਗੁਰਸਿੱਖ ਜਨਮ ਲੈ, ਭੈ ਵਿੱਚ ਵਰਤੇ ਹੋਏ ਇਆਣਾ, ਗੁਰਸਿੱਖ ਲੈ ਗੁਰਸਿੱਖ ਹੋਏ, ਭਾਏ ਭਗਤ ਵਿੱਚ ਖਰਾ ਸਿਆਣਾ। ਜਦੋਂ ਸਿੱਖ ਦਾ ਜਨਮ ਸਤਿਗੁਰੂ ਦੇ ਘਰ ਵਿੱਚ ਹੋ ਜਾਂਦਾ ਹੈ ਉਸ ਵੇਲੇ ਉਹਦਾ ਅਸਲੀ ਜਨਮ ਜਿਹੜਾ ਹੈ ਉਹ ਸਫਲ ਹੋਣ ਦੇ ਵੱਲ ਉਹ ਵਧਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਗੁਰੂ ਸਾਹਿਬਾਨ ਦਾ ਦੂਜੇ ਤੀਜੇ ਤੇ ਚੌਥੇ, ਖਾਸ ਕਰਕੇ ਇਹ 3 ਗੁਰੂ ਸਾਹਿਬਾਨ ਦਾ ਸਾਡਾ ਸੰਬੰਧ ਉਦੋਂ ਹੁੰਦਾ ਹੈ ਜਦੋਂ ਸਿੱਖੀ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਤੇ ਆਮ ਤੌਰ ਤੇ ਜਦੋਂ ਸਿੱਖ ਆਪਣੇ ਜਨਮ ਦਿਨ ਮਨਾਉਂਦੇ, ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ, ਉਹਨਾਂ ਨੂੰ ਮੈਂ ਸਲਾਹ ਦਿੰਦਾ ਹੁੰਦਾ ਵੀ ਇਹ ਜਨਮ ਮਨਾਉਣ ਦੀ ਬਜਾਏ ਸਾਨੂੰ ਜਿਸ ਦਿਨ ਅੰਮ੍ਰਿਤ ਛਕਿਆ ਆਪ ਮਾਪਿਆਂ ਨੇ ਤੇ ਬੱਚਿਆਂ ਨੂੰ ਛਕਾਇਆ ਗਿਆ ਜਾਂ ਬੱਚਿਆਂ ਨੂੰ ਛਕਾਉਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਸਾਨੂੰ ਅੰਮ੍ਰਿਤ ਛਕਣ ਵਾਲੇ ਦਿਨ ਨੂੰ ਆਪਣਾ ਜਨਮ ਦਿਨ ਸਮਝਣਾ ਚਾਹੀਦਾ। ਸੋ ਪਹਿਲੇ ਨੰਬਰ ਤੇ ਤਾਂ ਲੋੜ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਉਹਨਾਂ ਦੇ ਜੇ ਜਨਮ ਦਿਨ ਚੱਲ ਰਹੇ ਨੇ ਤਾਂ ਚੰਗੀ ਗੱਲ ਹੈ, ਪਰ ਜ਼ਿਆਦਾ ਜ਼ੋਰ ਜਿਹੜਾ ਹੈ ਉਸ ਦਿਨ ਤੇ ਦਿੱਤਾ ਜਾਵੇ ਜਦੋਂ ਉਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਜੁੜਿਆ, ਔਰ ਗੁਰੂ ਘਰ ਦੇ ਨਾਲ ਜੁੜ ਕੇ ਫਿਰ ਉਹ ਗੁਰੂ ਦੀ ਪਦਵੀ ਤੱਕ ਵੀ ਪਹੁੰਚ ਗਏ। ਨਹੀਂ ਤਾਂ ਪਹਿਲਾਂ ਆਮ ਜਗਿਆਸੂ ਸੀ ਦੂਜੇ ਧਰਮਾਂ ਕਰਮਾਂ ਦੇ ਮੁਤਾਬਕ। ਸੋ ਜੇ ਜਨਮ ਦਿਨ ਕਿਤੇ ਮਨਾਇਆ ਜਾ ਰਿਹਾ ਹੈ ਤੇ ਉਹਦਾ ਵਿਰੋਧ ਨਾ ਕਰੀਏ, ਸਗੋਂ ਇਹ ਰੱਖੀਏ ਕਿ ਗੁਰਗੱਦੀ ਦਿਵਸ ਤੇ ਉਹਨਾਂ ਦੇ ਜੀਵਨ ਦੇ ਬਾਕੀ ਜਿਹੜੇ ਕਾਰਨਾਮੇ ਮਨੁੱਖਤਾ ਨੂੰ ਕੀ ਦੇਣ ਦਿੱਤੀ, ਉਹ ਸੰਬੰਧਿਤ ਦਿਹਾੜੇ ਅਸੀਂ ਸੱਜ ਧੱਜ ਦੇ ਨਾਲ ਮਨਾਈਏ। ਤੇ ਸਿੱਖਾਂ ਨੂੰ ਵੀ ਆਪਣੇ ਜਨਮ ਦਿਨ ਦੀ ਬਜਾਏ ਮੇਰੀ ਇਹੀ ਬੇਨਤੀ ਹੈ ਕਿ ਜਿਸ ਦਿਨ ਅੰਮ੍ਰਿਤ ਛਕਿਆ, ਜੇ ਜਨਮ ਦਿਨ ਨਹੀਂ ਮਨਾਣੇ, ਇੱਕ ਹੋਰ ਸੁਝਾਅ ਦਿੱਤਾ ਜਾ ਸਕਦਾ ਵੀ ਉਹ ਡੇਟਾਂ ਲੱਭ ਲਈਆਂ ਜਾਣ ਜਦੋਂ ਇਹ ਗੁਰੂ ਸਾਹਿਬਾਨ ਸਿੱਖ ਧਰਮ ਦੇ ਨਾਲ ਰਿਲੇਟਿਵ ਹੋਏ, ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ। ਬਾਕੀ ਜਿੱਥੋਂ ਤੱਕ ਸੰਬੰਧ ਹੈ
ਕਿ ਇਹ ਸਤਿਗੁਰੂ ਕੇ ਜਨਮੇ ਗਗਨ ਮਟਾਇਆ। ਦੂਜਾ ਹਿੱਸਾ ਸੀ ਇਹਨਾਂ ਦੇ ਸਵਾਲ ਦਾ, ਮੈਂ ਉਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਿੱਖਾਂ ਤੇ ਵੀ ਲਾਗੂ ਹੈ ਤੇ ਗੁਰੂ ਤੇ ਵੀ ਲਾਗੂ ਹੈ, ਕਿਉਂਕਿ ਗੁਰੂ ਨੇ ਪਹਿਲਾਂ ਆਪ ਉਸ ਮਾਰਗ ਤੇ ਚੱਲਣਾ ਹੈ, ਫਿਰ ਸਿੱਖ ਦੇ ਲਈ ਉਹਦਾ ਜੀਵਨ ਪ੍ਰੇਰਨਾ ਸਰੋਤ ਹੋ ਜਾਂਦਾ ਹੈ। ਵੈਸੇ ਵੀ ਸਭ ਤੋਂ ਵੱਡੀ ਪਦਵੀ ਗੁਰੂ ਦੀ ਹੈ, ਤੇ ਗੁਰੂ ਤੇ ਪਦਵੀ ਤੇ ਉਹੀ ਬਿਰਾਜਮਾਨ ਹੁੰਦਾ ਸੀ ਜਿਹੜਾ ਕਿਤੇ ਖਾਸ ਕਸਵੱਟੀ ਤੇ ਪੂਰਾ ਉਤਰਦਾ ਸੀ। ਜਿਵੇਂ ਭਾਈ ਲਹਿਣਾ ਜੀ ਬਾਰੇ ਲਿਖਤਾ, ਪਏ ਕਬੂਲ ਖਸਮਦਰ ਜਾਂ ਘਾਲ ਮਰਦੀ ਘਾਲੀ। ਤੇ ਜਦੋਂ ਭਾਈ ਗੁਰਦਾਸ ਜੀ ਦੀ 20ਵੀਂ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਹਾਂ, ਭਾਈ ਸਾਹਿਬ ਨੇ ਬਾਕੀ 6 ਗੁਰੂ ਸਾਹਿਬਾਨ ਦਾ, ਪਹਿਲੇ 6 ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਹੈ, ਉਹਦੇ ਚ ਸਾਰਿਆਂ ਨੂੰ ਹੀ ਗੁਰਸਿੱਖ ਲਿਖਿਆ ਹੈ। ਜਿਵੇਂ ਭਾਈ ਸਾਹਿਬ ਦੀਆਂ ਉਹ ਤੁਕਾਂ ਕਿ ਸਤਿਗੁਰੂ ਨਾਨਕ ਦਿਓ ਆਪ ਉਪਾਇਆ, ਗੁਰ ਅੰਗਦ ਗੁਰਸਿੱਖ ਬਾਵਾਣੇ ਆਇਆ, ਗੁਰਸਿੱਖ ਹੈ ਗੁਰ ਅਮਰ ਸਤਿਗੁਰ ਪਾਇਆ, ਰਾਮਦਾਸ ਗੁਰਸਿੱਖ ਗੁਰੂ ਸਦਵਾਇਆ, ਗੁਰੂ ਅਰਜਨ ਗੁਰਸਿੱਖ ਪ੍ਰਗਟੀ ਆਇਆ, ਗੁਰਸਿੱਖ ਹਰ ਗੋਬਿੰਦ ਨਾ ਲੁਕੇ ਲੁਕਾਇਆ। ਭਾਵ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਭਾਈ ਗੁਰਦਾਸ ਜੀ ਇਸੇ ਸਮੇਂ ਦੌਰਾਨ ਰਹੇ ਹੈ ਸੰਸਾਰ ਆਜ਼ਾਦੀ ਵਿੱਚ, ਤੇ ਉਹਨਾਂ ਨੇ ਜੋ ਦੇਖਿਆ, ਜਿਸ ਢੰਗ ਦੇ ਨਾਲ ਗੁਰੂ ਸਾਹਿਬਾਨ ਵਿਚਰਦੇ ਸੀ, ਉਹ ਗੁਰਸਿੱਖ ਦੇ ਤੌਰ ਤੇ ਵਿਚਰੇ, ਤੇ ਉਹ ਪਹਿਲਾਂ ਗੁਰਸਿੱਖ ਹੀ ਕਿਹਾ ਜਾਂਦਾ ਸੀ। ਇਹ ਵੱਖਰੀ ਗੱਲ ਹੈ, ਸਾਡੀਆਂ ਕੁਝ ਸ਼ਖਸੀਅਤਾਂ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਵੀ ਕਈ ਵਾਰ ਸਿਧਾਂਤਕ ਤੌਰ ਤੇ ਬੜੇ ਅਣਜਾਣ ਹੁੰਦੇ ਆ, ਅਸੀਂ ਉਹਨਾਂ ਨੂੰ ਉਹ ਰੁਤਬਾ ਦੇਣ ਲੱਗ ਪਏ, ਉਹਨਾਂ ਦੇ ਅੱਜ ਜਨਮ ਦਿਹਾੜੇ, ਉਹਨਾਂ ਦੀਆਂ ਬਰਸੀਆਂ ਮਨਾ ਰਹੇ ਹਾਂ, ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਸਾਨੂੰ ਯਾਦ ਨੇ। ਪਰ ਸਤਿਗੁਰ ਕੇ ਜਨਮੇ ਗਗਨ ਮਟਾਇਆ ਗੁਰੂ ਤੇ ਵੀ ਲਾਗੂ ਹੈ ਤੇ ਗੁਰਸਿੱਖ ਤੇ ਵੀ ਲਾਗੂ ਹੈ। ਇਸ ਲਈ ਸਤਿਗੁਰੂ ਕੇ ਘਰ ਵਿੱਚ ਜਨਮ ਲੈਣ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਇੱਕ ਸਾਡੇ ਕੋਲ ਬਹੁਤ ਵੱਡੀ ਮਿਸਾਲ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 30 ਮਾਰਚ ਸਾਲ 1699 ਨੂੰ ਆਪ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਨੂੰ ਦਿੱਤੀ, ਤੇ ਮੁੜ ਕੇ ਆਪ ਅੰਮ੍ਰਿਤ ਛਕਣ ਦੇ ਲਈ ਗੋਡਣੇ ਟੇਕ ਦਿੱਤੇ। ਸਤਿਗੁਰੂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਇਸੇ ਤਰ੍ਹਾਂ ਉਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਇਆ। ਇਸ ਲਈ ਇਹ ਘਟਨਾ ਦੱਸਦੀ ਹੈ ਕਿ ਸਤਿਗੁਰੂ ਕੇ ਜਨਮੇ ਗਗਨ ਮਟਾਇਆ, ਮੰਨੇ ਤਰਹਿ ਤਾਰੇ ਗੁਰਸਿੱਖ। ਜੇ ਗੁਰੂ ਸਿੱਖ, ਗੁਰੂ ਤੇ ਸਿੱਖ ਵੱਖਰਾ ਵੱਖਰਾ ਬੋਲ ਕੇ ਇਹਦੇ ਅਰਥ ਜਿਹੜੇ ਕੀਤੇ ਗਏ ਨੇ, ਭਾਵ ਗੁਰੂ ਵੀ ਆਪ ਵੀ ਤਰਦਾ ਹੈ ਤੇ ਸਿੱਖਾਂ ਨੂੰ ਵੀ ਤਾਰ ਲੈਂਦਾ ਹੈ। ਬਾਣੀ ਦਾ ਵੀ ਪ੍ਰਮਾਣ ਹੈ ਕਿ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮਤ ਹਿਰਦੇ ਦੇਵੇ, ਨਾਨਕ ਮਿਲਨ ਸੁਭਾਏ। ਇਸ ਲਈ ਬਾਕੀ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਉੱਤੇ ਜ਼ੋਰ ਦਿੱਤਾ ਜਾਵੇ ਪੂਰੀ ਤਰ੍ਹਾਂ। ਵੈਸੇ ਜੇ ਜਨਮ ਦਿਨ ਮਨਾਇਆ ਜਾ ਰਿਹਾ ਤਾਂ ਚੰਗੀ ਗੱਲ, ਉਹਨਾਂ ਦੇ ਅਸਥਾਨਾਂ ਵੀ ਮਨਾਏ ਜਾਂਦੇ ਆ, ਪਰ ਜ਼ਿਆਦਾ ਜ਼ੋਰ ਗੁਰਗੱਦੀ ਦਿਵਸ ਤੇ ਦਿੱਤਾ ਜਾਵੇ। ਬਾਕੀ ਅੰਮ੍ਰਿਤਧਾਰੀ ਹੋਣਾ, ਗੁਰੂ ਵਾਲੇ ਬਣਨਾ, ਇਹ ਗੁਰੂ ਲਈ ਵੀ ਜ਼ਰੂਰੀ ਸੀ, ਜਿਹੜੇ ਗੁਰਗੱਦੀ ਦੀ ਸੇਵਾ ਨਿਭਾਈ, ਤੇ ਸਾਡੇ ਲਈ ਵੀ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਇਹ ਗੱਲ ਸਪਸ਼ਟ ਹੋ ਗਈ ਹੋਵੇਗੀ। ਜੇ ਕੋਈ ਘਾਟ ਰਹਿ ਗਈ ਤਾਂ ਵੱਡੇ ਵੱਡੇ ਵਿਦਵਾਨ ਬੈਠੇ ਹੋਏ ਹੋ, ਇਹਦੇ 'ਚ ਸੋਧ ਕਰਦੇ ਨਹੀਂ, ਤਾਂ ਕਿ ਸਾਨੂੰ ਵੀ ਸੇਧ ਮਿਲ ਸਕੇ। ਮੈਂ ਸਮਝਾ ਮੇਰੀ ਗੱਲ ਇੱਥੇ ਪੂਰੀ ਹੋ ਗਈ ਹੈ। ਫਿਰ ਕੋਈ ਸਵਾਲ ਹੋਇਆ ਤਾਂ ਮੈਂ ਅੱਗੇ ਹਾਜ਼ਰ ਹੋਵਾਂਗੇ। ਭੁੱਲ ਗਲਤੀ ਲੈ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਅੱਛੇ ਢੰਗ ਨਾਲ ਪ੍ਰਿੰਸੀਪਲ ਸਾਹਿਬ ਜੀ ਨੇ ਇਸ ਸਵਾਲ ਦਾ ਉੱਤਰ ਦਿੱਤਾ, ਔਰ ਜਿਹੜੀ ਉਹਨਾਂ ਦੀ ਤਜਵੀਜ਼ ਹੈ ਕਿ ਜਿਸ ਦਿਨ ਅੰਮ੍ਰਿਤਪਾਨ ਕੀਤਾ ਹੈ ਅਸੀਂ ਉਸ ਨੂੰ ਆਪਣਾ ਜਿਹੜਾ ਜਨਮ ਦਿਨ ਹੈ ਉਹ ਮਨਾਈਏ, ਇਹ ਬੜੀ ਵਧੀਆ ਹੈ ਔਰ ਇਹਨੂੰ ਪ੍ਰਚਾਰਨਾ ਚਾਹੀਦਾ। ਕੱਲ ਜਿਸ ਵੇਲੇ ਆਪਾਂ ਡਿਸਕਸ ਕਰ ਰਹੇ ਸਾਂ ਤੇ ਇਹਨਾਂ ਨੇ ਗੱਲ ਦੱਸੀ ਤੇ ਬਹੁਤ ਅੱਛੀ ਲੱਗੀ ਮਨ ਨੂੰ। ਇਹ ਜ਼ਰੂਰ ਪ੍ਰਚਾਰਨੀ ਚਾਹੀਦੀ ਹੈ ਤਾਂ ਜੇ ਅੰਮ੍ਰਿਤ ਦੀ ਮਹੱਤਤਾ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ। ਜਿਸ ਵੇਲੇ ਅਸੀਂ ਆਪਣਾ ਜਨਮ ਦਿਨ ਜਿਹੜਾ ਆਪਣਾ ਟ੍ਰੈਡੀਸ਼ਨਲ ਮਨਾਉਣੇ ਆ ਉਹ ਛੱਡ ਕੇ ਇਹ ਅਗਰ ਸ਼ੁਰੂ ਕਰ ਦਿਆਂਗੇ ਤੇ ਬੱਚੇ ਪੁੱਛਣਗੇ ਵੀ ਇਹ ਕੀ ਗੱਲ ਹੈ, ਤੇ ਆਪਣੇ ਆਪ ਸਾਡੇ ਆਲੇ ਦੁਆਲੇ ਆਉਣ ਵਾਲੀ ਜਨਰੇਸ਼ਨ ਖਾਸ ਕਰਕੇ ਜਿਹੜੀ ਹੈ ਉਹਨਾਂ ਦਾ ਜ਼ਿਆਦਾ ਫਿਕਰ ਹੈ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗੇ ਕਿ ਵਾਕਈ ਅੰਮ੍ਰਿਤ ਦੀ ਕਿਤਨੀ ਕੁ ਇੰਪੋਰਟੈਂਸ ਹੈ। ਕਿਉਂਕਿ ਖਿਮਾ ਕਰਨਾ ਕਿ ਹੁਣ ਦੇ ਜਿਹੜਾ ਸਮਾਂ ਚੱਲ ਰਿਹਾ, ਜਿਹੜੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ 'ਚ ਤੁਸੀਂ ਦੇਖੋ ਕਿ ਅੰਮ੍ਰਿਤਪਾਨ ਕਰਨ ਦੀ ਜਿਹੜੀ ਗਿਣਤੀ ਹੈ ਉਹ ਘਟ ਰਹੀ ਹੈ, ਵੱਧ ਨਹੀਂ ਰਹੀ। ਸਾਨੂੰ ਇਸ ਬਾਰੇ ਬੜੇ ਚਿੰਤਤ ਹੋਣਾ ਚਾਹੀਦਾ, ਉਪਰਾਲੇ ਕਰਨੇ ਚਾਹੀਦੇ ਨੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੋ ਅਗਲਾ ਸਵਾਲ ਜਿਹੜਾ ਜੀ ਇਹ ਸਾਹਿਬ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਤੋਂ ਨੇਤਾ ਪ੍ਰਤੀ ਸਾਡੇ ਨਾਲ ਜੁੜਦੇ ਨੇ ਔਰ ਕਾਲਜ ਨਾਲ ਵੀ ਬੜੇ ਪੁਰਾਣੇ ਜੁੜੇ ਨੇ। ਉਹਨਾਂ ਨੇ ਇਹ ਜਿਹੜਾ ਅਗਲਾ ਸਵਾਲ ਭੇਜਿਆ, ਉਹਨਾਂ ਦਾ ਸਵਾਲ ਹੈ ਜੀ ਕਿ ਸਭਨਾ ਉੱਪਰ ਨਜ਼ਰ ਹੈ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੋ ਉਹਨਾਂ ਦੇ ਮਨ 'ਚ ਸ਼ਾਇਦ ਇਹ ਸ਼ੰਕਾ ਆਇਆ ਵੀ ਥੋੜੀ, ਰੱਬ ਕਿਸੇ ਨੂੰ ਥੋੜੀ ਦਿੰਦਾ ਤੇ ਕਿਸੇ ਨੂੰ ਜ਼ਿਆਦਾ ਮਿਹਰ ਦਿੰਦਾ ਔਰ ਕਿਸੇ ਤੇ ਪੂਰਨ ਕਿਰਪਾ ਕਰਦਾ।
ਤੋ ਐਮਪੀ ਸਿੰਘ ਜੀ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਇਹ ਸ਼ੰਕਾ ਜਿਹੜਾ ਹੈ ਉਹ ਦੂਰ ਕੀਤਾ ਜਾਏ ਜੀ। ਸਾਇਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਤੱਕ ਮੈਨੂੰ ਸਮਝ ਆਈ ਹੈ ਗੁਰਬਾਣੀ ਵਿੱਚੋਂ ਇਹ ਗੱਲ ਸਾਨੂੰ ਬੜੀ ਸਪਸ਼ਟ ਤੌਰ ਦੇ ਉੱਤੇ ਮਿਲ ਜਾਂਦੀ ਹੈ ਕਿ ਪ੍ਰਭੂ ਪਰਮਾਤਮਾ ਸਦ ਬਖਸ਼ਿੰਦ ਹੈ। ਉਹ ਸਾਰਿਆਂ ਦੇ ਉੱਤੇ ਹੀ ਬਖਸ਼ਿਸ਼ ਕਰਦਾ ਹੈ ਔਰ ਜੋ ਮੈਨੂੰ ਸਮਝ ਆਉਂਦੀ ਹੈ ਉਹਦੇ ਮੁਤਾਬਕ ਪਰਮਾਤਮਾ ਦੀ ਹਮੇਸ਼ਾ ਹੀ ਪੂਰਨ ਕਿਰਪਾ ਸਭ ਜੀਵਾਂ ਤੇ ਹੁੰਦੀ ਹੈ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਹਾਂ, ਉਹਦਾ ਵਿਧਾਨ ਹੈ, ਨਿਯਮ ਹੈ ਕਿ ਆਪੇ ਬੀਜ ਆਪੇ ਹੀ ਖਾਓ ਵਾਲਾ, ਕਿ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ ਉਹਨਾਂ ਕਰਮਾਂ ਦਾ ਫਲ ਉਹਨਾਂ ਦਾ ਫਲ ਉਸ ਨੂੰ ਭੁਗਤਣਾ ਪੈਂਦਾ ਹੈ। ਤੋ ਪਰਮਾਤਮਾ ਵੱਲੋਂ ਵਿਤਕਰਾ ਨਹੀਂ ਹੁੰਦਾ, ਉਹ ਪੂਰਨ ਕਿਰਪਾ ਕਰਦਾ ਹੈ। ਪਰ ਹੁਣ ਜੇ ਕੋਈ ਜੀਵ ਕਿਰਪਾ ਬਖਸ਼ਿਸ਼ ਦਾ ਪਾਤਰ ਬਣਨ ਨੂੰ ਆਪ ਹੀ ਰਾਜੀ ਨਾ ਹੋਵੇ ਤਾਂ ਫਿਰ ਉਹਦੇ ਵਿੱਚ ਪਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਤੋ ਇਸ ਤਰੀਕੇ ਨਾਲ ਵੀ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੀ ਮਿਹਰ ਬਖਸ਼ਿਸ਼ ਤਾਂ ਮੂਸਲੇਧਾਰ ਬਾਰਿਸ਼ ਵਕਨ ਹੈ ਜੋ ਸਭ ਦੇ ਉੱਤੇ ਲਗਾਤਾਰ ਹੋ ਰਹੀ ਹੈ। ਪਰ ਜੇ ਕੋਈ ਆਪਣਾ ਭਾਂਡਾ ਹੀ ਪੁੱਠਾ ਕਰ ਦੇਵੇ ਤੇ ਉਹਦੇ ਤੇ ਬਖਸ਼ਿਸ਼ ਨਾ ਫਿਰ ਉਹਨੂੰ ਮਿਹਰ ਪ੍ਰਾਪਤ ਹੋਵੇ ਤੇ ਉਹਦੇ ਵਾਸਤੇ ਪਰਮਾਤਮਾ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹਨੂੰ ਇਸ ਤਰੀਕੇ ਵੀ ਸਮਝ ਸਕਦੇ ਹੋ ਕਿ ਜਿਵੇਂ ਸੂਰਜ ਦੀ ਰੋਸ਼ਨੀ ਹੈ ਉਹ ਸਾਰੀ ਦੁਨੀਆ ਦੇ ਅੰਦਰ ਇੱਕ ਸਮਾਨ ਵਿਆਪਕ ਹੁੰਦੀ ਹੈ, ਪਰ ਜੇ ਕੋਈ ਗੁਫਾ 'ਚ ਵੜ ਕੇ ਹੀ ਬਹਿ ਜਾਵੇ ਤੇ ਉਹਨੂੰ ਤਾਂ ਸੂਰਜ ਦਾ ਚਾਨਣ ਨਹੀਂ ਮਿਲੇਗਾ। ਤੋ ਜੇ ਕਿਸੇ ਦੇ ਉੱਤੇ ਥੋੜੀ ਨਜ਼ਰ ਹੈ, ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੇਰੇ ਤੇ ਬਖਸ਼ਿਸ਼ ਘੱਟ ਹੋਈ ਹੈ, ਦੂਜਿਆਂ ਤੇ ਜ਼ਿਆਦਾ ਹੋਈ ਹੈ, ਤਾਂ ਇਹਦੇ ਵਿੱਚ ਪਰਮਾਤਮਾ ਵੱਲੋਂ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ। ਜੀਵ ਦੇ ਆਪਣੇ ਹੀ ਕਰਮ ਔਰ ਉਹਦੀ ਆਪਣੀ ਜੋ ਅਵਸਥਾ ਹੈ ਉਹ ਹੀ ਇਸ ਵਾਸਤੇ ਜ਼ਿੰਮੇਵਾਰ ਹੈ। ਤੋ ਮੇਰੇ ਇੰਨੀ ਬੇਨਤੀ ਹੈ, ਇਸ ਤੋਂ ਅੱਗੇ ਕੋਈ ਹੋਰ ਡਾਊਟ ਹੋਵੇ ਤਾਂ ਹੱਲ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਸਰਲ ਔਰ ਵਧੀਆ ਢੰਗ ਨਾਲ ਐਮਪੀ ਸਿੰਘ ਜੀ ਨੇ ਇਹ ਦੱਸਿਆ ਤੇ ਅਸਲ ਵਿੱਚ ਜਿਹੜੀ ਸਾਡੀਆਂ ਚਤਰਾਈਆਂ ਨੇ ਉਹ ਕਿਰਪਾ ਨੂੰ ਪਹੁੰਚਣ ਨਹੀਂ ਦਿੰਦੀਆਂ। ਤੋ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲਣ ਨਾਲ, ਕਿਉਂਕਿ ਅੱਜ ਜਿਸ ਵੇਲੇ ਸਾਡੇ ਕੋਲ ਗਿਆਨ ਜ਼ਿਆਦਾ ਆ ਰਿਹਾ, ਵਿਦਿਆ ਦਾ ਪਸਾਰਾ ਹੋ ਗਿਆ, ਉਹਨੇ ਮਨੁੱਖ ਨੂੰ ਜ਼ਿਆਦਾ ਚਤਰ ਬਣਾ ਦਿੱਤਾ, ਜਿਸ ਕਰਕੇ ਅਸੀਂ ਗੁਰੂ ਤੋਂ ਦੂਰ ਹੋ ਰਹੇ ਹਾਂ। ਉਹਦੀ ਮਿਹਰ ਨਹੀਂ ਆ ਰਹੀ। ਸਤਿਗੁਰੂ ਕਿਰਪਾ ਕਰਨ। ਬਹੁਤ ਵਧੀਆ ਤਰੀਕੇ ਦੱਸਿਆ ਕਿ ਮੀਂਹ ਤਾਂ ਪੈ ਰਿਹਾ, ਪਰ ਜੇਕਰ ਕੋਈ ਲੁੱਕ ਕੇ ਬਹਿ ਜਾਏ, ਗੁਫਾ ਚੱਲ ਜਾਏ, ਤਾਂ ਉਹਨੂੰ ਰੋਸ਼ਨੀ ਕਿੱਥੋਂ ਆਏਗੀ ਜਾਂ ਮੀਂਹ ਕਿੱਥੋਂ ਆਏਗਾ। ਧੰਨਵਾਦ ਐਮਪੀ ਸਿੰਘ ਜੀ। ਤੋ ਆਪਾਂ ਚੱਲਦੇ ਹਾਂ ਜੀ ਅਗਲੇ ਸ਼ਬਦ ਵੱਲ। ਅਗਲਾ ਸ਼ਬਦ ਹੈ ਆਪਣੇ ਵੀਰ ਸਰ ਅਵਤਾਰ ਸਿੰਘ ਜੀ, ਬੀੜ ਸਾਹਿਬ ਸਰਕਲ ਵਾਲੇ। ਇਹਨਾਂ ਨੇ ਕਿਹਾ ਜੀ ਵੀ ਜਿਹੜਾ ਵਾਹ ਲਫ਼ਜ਼ ਹੈ, ਵਵੇ ਨੂੰ ਕੰਨਾ ਹਾਹੇ ਨੂੰ ਅੰਕੜ, ਵਵੇ ਨੂੰ ਕੰਨਾ ਹਾਹੇ ਨੂੰ ਸਿਹਾਰੀ, ਵਵੇ ਨੂੰ ਕੰਨਾ ਹਾਹਾ ਮੁਕਤਾ, ਤਿੰਨੇ ਤਰ੍ਹਾਂ ਨਾਲ ਸਾਨੂੰ ਮਿਲਦਾ ਤੇ ਇਹਦਾ ਉਚਾਰਨ ਕੀ ਕਰਨਾ ਹੈ। ਦੂਸਰਾ ਉਹ ਪੁੱਛ ਰਹੇ ਨੇ ਕਿ ਵਾਹਿਗੁਰੂ ਜਾਂ ਵਾਹਿਗੁਰੂ ਆਪਾਂ ਕਿਸ ਤਰ੍ਹਾਂ ਬੁਲਾਣਾ, ਵਾਹਿਗੁਰੂ ਜਾਂ ਵਾਹਿਗੁਰੂ। ਤੋ ਇਹਦੇ ਬਾਰੇ ਮਨਮੋਹਨ ਸਿੰਘ ਜੀ ਪੁੰਛ ਸਰਕਲ, ਉਹਨਾਂ ਨੂੰ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਸਪਸ਼ਟ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਵਾਲ ਵੀਰ ਜੀ ਨੇ ਕੀਤਾ ਹੈ, ਇਹਨਾਂ ਸਰੂਪਾਂ ਦੇ ਅੰਦਰ ਜਿਵੇਂ ਇਹਨਾਂ ਨੇ ਦੱਸਿਆ ਹੈ ਕਿ ਇਹ ਸ਼ਬਦ ਸਾਨੂੰ ਲੱਭ ਰਿਹਾ ਹੈ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਜੋ ਸ਼ਬਦ ਹੈ, ਇਹ ਅੱਖਰ ਜੋ ਹੈ, ਇਹ ਸਾਨੂੰ ਇਹਨਾਂ ਸਰੂਪਾਂ ਦੇ ਅੰਦਰ ਮਿਲ ਰਿਹਾ ਹੈ। ਜਿਸ ਤਰ੍ਹਾਂ ਕਿ ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਫਿਰ ਵਾਹਿਗੁਰੂ 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 ਵਾਹਿ ਜੀਓ, ਜਦੋਂ ਹਾਏ ਨੂੰ ਸਿਆਰੀ ਦੇ ਨਾਲ ਵੀ ਹੈ। ਹੁਣ ਜਦੋਂ ਅਸੀਂ ਧਿਆਨ ਤਾਂ ਇਹ ਦੋ ਸਰੂਪਾਂ ਦੇ ਅੰਦਰ ਲਿਖਿਆ ਵੀ ਮਿਲਦਾ, ਤਿੰਨਾਂ ਸਰੂਪਾਂ ਦੇ ਅੰਦਰ, ਤੇ ਦੋਵਾਂ ਦੇ ਅੰਦਰ ਪ੍ਰਚਲਿਤ ਬੋਲਾਂ ਵਿੱਚ ਵੀ ਲੱਗਦਾ। ਜਦੋਂ ਇਸ ਅੱਖਰ ਨੂੰ ਅਸੀਂ ਦੇਖਦੇ ਹਾਂ ਤਾਂ ਇਹ ਵਾਹ ਤੇ ਗੁਰੂ ਦੋ ਅਲੱਗ-ਅਲੱਗ ਅੱਖਰ ਨੇ। ਵਾਹ ਲਫ਼ਜ਼ ਜਿਹੜਾ ਹੈ ਇਹ ਫਾਰਸੀ ਦਾ ਅੱਖਰ ਹੈ ਤੇ ਇਸ ਨੂੰ ਜਦੋਂ ਫਾਰਸੀ ਤੋਂ ਉਰਦੂ ਦੇ ਵਿੱਚ ਅਸੀਂ ਇਸ ਦਾ ਤਰਜਮਾ ਦੇਖਦੇ ਹਾਂ ਤੇ ਉਤੋਂ ਮਤਲਬ ਜਿਹੜਾ ਉਹਨਾਂ ਨੇ ਕੀਤਾ ਉਹ ਹੈ ਕਿ ਬਹੁਤ ਜ਼ਿਆਦਾ ਤਾਰੀਫ ਦੇ ਕਾਬਿਲ, ਬਹੁਤ ਜ਼ਿਆਦਾ ਤਾਰੀਫ ਦੇ ਕਾਬਿਲ। ਤੇ ਜਦੋਂ ਜਿਹੜਾ ਦੂਜਾ ਅੱਖਰ ਹੈ ਉਹ ਗੁਰੂ, ਉਸਨੂੰ ਸੰਸਕ੍ਰਿਤ ਦਾ ਅੱਖਰ ਮੰਨਿਆ ਗਿਆ। ਉਹਦੇ ਵੀ ਸਾਨੂੰ ਸਪਸ਼ਟ ਜਿਹੜੇ ਨੇ ਮਤਲਬ ਪਤਾ ਹੈ ਕਿ ਭਈ ਜਿਹੜਾ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਹੈ। ਗੂ ਤੇ ਰੂ ਦੋ ਅੱਖਰ ਜੁੜ ਕੇ ਗੁਰੂ ਲਫ਼ਜ਼ ਬਣਿਆ। ਹੁਣ ਜਦੋਂ ਇਸ ਵਾਹ ਸ਼ਬਦ ਨੂੰ ਅਸੀਂ ਹਿੰਦੀ ਵਿੱਚ ਤੇ ਉਰਦੂ ਵਿੱਚ ਦੇਖਦੇ ਹਾਂ, ਦੋਵਾਂ ਥਾਵਾਂ ਦੇ ਉੱਤੇ ਵਾਹ ਹੀ ਲਿਖਿਆ ਲੱਭਦਾ ਤੇ ਹਿੰਦੀ ਵਿੱਚ ਵੀ ਇਸ ਦਾ ਜਿਹੜਾ ਮਤਲਬ ਦੱਸਿਆ ਜਾਂਦਾ ਹੈ
ट्रांसलेशन है उसका मतलब है प्रशंसा सूचक शब्द, उच्च प्रशंसा, ताली वजा के किसी की तारीफ करना। भाई कान सिंह जी नाभा महान कोश पन्ना 1087 ਦੇ ਉੱਤੇ ਇਹ ਜਿਹੜਾ ਸ਼ਬਦ ਹੈ ਇਸ ਦੀ ਵਿਆਖਿਆ ਕਰਦੇ ਹਨ। ਜੋ ਮਨ ਬੁੱਧ ਤੋਂ ਪਰੇ ਸਭ ਤੋਂ ਵੱਡਾ ਪਾਰਬ੍ਰਹਮ ਧੰਤਾ ਯੋਗ ਕਰਤਾਰ ਜਿਸ ਨੇ ਸੰਸਾਰਿਕ ਖੇਲ ਦੀ ਰਚਨਾ ਕੀਤੀ ਹੈ, ਵਾਹ ਅਚਰਜ ਰੂਪ ਗੋ ਅੰਧਕਾਰ ਰੂਪ ਪ੍ਰਕਾਸ਼ ਕਰਨ ਵਾਲਾ। ਗੁਰੂ ਗ੍ਰੰਥ ਸੰਕੇਤ ਕੋਸ਼ ਤੇ ਲਿਖਾਰੀ ਪਿਆਰਾ ਸਿੰਘ ਜੀ ਪਦਮ ਵੀ ਬਿਲਕੁਲ ਇਹੋ ਅਰਥ ਕਰ ਰਹੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਭਾਈ ਸੰਤੋਖ ਸਿੰਘ ਜੀ ਦੇ ਨਾਨਕ ਪ੍ਰਕਾਸ਼ ਨੂੰ ਦੇਖਦੇ ਹਾਂ, ਉਹਦੇ ਵਿੱਚ ਵੀ ਬਿਲਕੁਲ ਇਹੋ ਹੀ ਅਰਥ ਕੀਤੇ ਜਾ ਰਹੇ ਨੇ। ਭਾਵ ਅਰਥ ਜੋ ਨੇ ਸਾਰਿਆਂ ਦੇ ਇੱਕੋ ਨੇ ਕਿ ਉਹ ਪ੍ਰਮਾਤਮਾ ਜਿਹੜਾ ਜਿਸ ਦੇ ਬਾਰੇ ਚ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰਮਾਤਮਾ ਜੋ ਹੈ ਉਹ ਅਚਰਜ ਰੂਪ ਹੈ ਅਤੇ ਉਹ ਪ੍ਰਕਾਸ਼ ਗਿਆਨ ਕਰਨ ਵਾਲਾ ਹੈ, ਅੰਧੇਰੇ ਨੂੰ ਖਾ ਜਾਣ ਵਾਲਾ ਹੈ, ਅੰਧਕਾਰ ਨੂੰ ਮਿਟਾਉਣ ਵਾਲਾ ਹੈ, ਤੇ ਫਿਰ ਉਹ ਬਹੁਤ ਖੂਬੀਆਂ ਦਾ ਮਾਲਕ ਹੈ, ਪ੍ਰਸ਼ੰਸਾਯੋਗ ਹੈ। ਹੁਣ ਜਦੋਂ ਇਸ ਅੱਖਰ ਨੂੰ ਅਸੀਂ ਆਮ ਕਰਕੇ ਦੇਖਦੇ ਹਾਂ ਤੇ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਤਿੰਨਾਂ ਸਰੂਪਾਂ ਦੇ ਅੰਦਰ, ਜਿਵੇਂ ਭਾਈ ਜੀ ਨੇ ਵੀ ਦੱਸਿਆ ਕਿ ਤਿੰਨਾਂ ਸਰੂਪਾਂ ਦੇ ਅੰਦਰ ਲੱਭਦਾ ਹੈ, ਲੇਕਿਨ ਕਈ ਜਗ੍ਹਾ ਦੇ ਉੱਤੇ ਨਾ ਅਲੱਗ-ਅਲੱਗ ਲਿਖਤਾਂ 'ਚ ਇਹਦਾ ਸਰੂਪ ਅਲੱਗ-ਅਲੱਗ ਕਰਕੇ ਵੀ ਹੈ। ਜਾਪ ਸਾਹਿਬ ਤੇ ਜਫਰਨਾਮਾ ਵਗੈਰਾ ਜਦੋਂ ਅਸੀਂ ਇਹਨਾਂ ਪੁਰਾਣੀਆਂ ਲਿਖਤਾਂ ਨੂੰ ਦੇਖਦੇ ਹਾਂ ਤੇ ਇੱਥੇ ਵਾਹ ਗੁਰੂ ਹੈ, ਬੱਬੇ ਨੂੰ ਕੰਨਾ, ਹਾ ਗੱਗੇ ਨੂੰ ਔਂਕੜ, ਰਾਰੇ ਨੂੰ ਦੁਲੰਕੜਾ, ਇਸ ਰੂਪ ਵਿੱਚ ਲੱਭਦਾ ਹੈ। ਇਸੇ ਤਰੀਕੇ ਨਾਲ ਗਿਆਨ ਰਤਨਾਵਲੀ, ਭਗਤ ਰਤਨਾਵਲੀ ਵਿੱਚ ਵੀ ਭਾਈ ਮਨੀ ਸਿੰਘ ਜੀ ਹਰ ਥਾਂ ਵਾਹ ਗੁਰੂ ਹੀ ਲਿਖਦੇ ਹਨ। ਫਿਰ ਸੰਮਤ 1882 ਵਿੱਚ ਬਣੇ ਸੁਨੀਤ ਪ੍ਰਕਾਸ਼ ਵਿੱਚ ਰਾਮ ਸਿੰਘ ਜੀ ਦੇ ਲੇਖ ਵਾਹ ਗੁਰੂ ਗੁਰਬਾਣੀ ਗਾਵੈ ਉਮਗ ਸੁਮਗ ਸੁਰ ਉੱਚ ਅਲਾਵੈ। ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਵਿੱਚ ਵੀ ਇਹ ਜੋ ਹੈ ਮਹਿਮਾ ਪ੍ਰਕਾਸ਼ ਦੀ ਉੱਥੇ ਵੀ ਸਿਮਰੋ ਵਾਹ ਗੁਰੂ ਗੁਰਵਾ ਆਉਂਦਾ ਹੈ। ਮਹਿਮਾ ਪ੍ਰਕਾਸ਼ ਵਿੱਚ ਹਰ ਕਥਾ ਦੇ ਅੰਤ ਪਾਠ ਹੈ ਵਾਹ ਗੁਰੂ ਮੁਖ ਕਰੋ ਉਚਾਰ, ਹੋ ਦਿਆਲ ਕਰ ਲੈ ਉਧਾਰ। ਜਦੋਂ ਅਸੀਂ ਭਾਈ ਗੁਰਦਾਸ ਜੀ ਨੂੰ ਦੇਖਦੇ ਹਾਂ ਕਿ ਉਹਦੇ ਵਿੱਚ ਵੀ ਦੋਵਾਂ ਤਰੀਕਾਂ ਦੇ ਨਾਲ ਇੱਕੋ ਪੰਕਤੀ ਸਾਨੂੰ ਅਲੱਗ-ਅਲੱਗ ਥਾਂ ਤੇ ਲਿਖੀ ਲੱਭਦੀ ਹੈ। ਜਿਵੇਂ ਗੁਰਮਤਿ ਮਾਰਦਾ ਵਿੱਚ ਅਸੀਂ ਦੇਖਾਂਗੇ ਤੇ ਨਾਲ ਗੁਰਮਤਿ ਸੁਧਾਕਰ ਦੇਖਾਂਗੇ ਭਾਈ ਕਾਨ ਸਿੰਘ ਜੀ ਨਾਭਾ ਦੀ, ਉਹੀਓ ਪ੍ਰਮਾਣ ਇੱਕ ਥਾਂ ਦੇ ਉੱਤੇ ਹਾਏ ਨੂੰ ਸਿਆਰੀ ਨਾਲ ਲਿਖੇ ਹੋਏ ਨੇ, ਦੂਜੀ ਥਾਂ ਦੇ ਉੱਤੇ ਜਿਹੜਾ ਉਹ ਸਿਆਰੀ ਤੋਂ ਬਿਨਾਂ ਲਿਖੇ ਹੋਏ ਨੇ। ਹੁਣ ਇਹ ਲਿਖਤੀ ਗਲਤੀਆਂ ਵੀ ਹੋ ਸਕਦੀਆਂ ਨੇ ਅਤੇ ਖਾਸ ਕਰਕੇ ਕਈ ਥਾਵਾਂ ਦੇ ਉੱਤੇ ਹੁਣ ਜਦੋਂ ਦੀ ਇਹ ਛਪਾਈ ਸ਼ੁਰੂ ਹੋਈ ਹੈ ਉੱਥੇ ਜਿਹੜੇ ਜਿਨ੍ਹਾਂ ਦੇ ਵਿੱਚ ਅਸੀਂ ਸਿਆਰੀ ਤੋਂ ਬਿਨਾਂ ਦੇਖਦੇ ਉੱਥੇ ਸਿਆਰੀ ਵਾਲੇ ਵੀ ਲਿਖੇ ਹੋਏ ਆਉਂਦੇ ਨੇ, ਉਹੀਓ ਪ੍ਰਮਾਣ ਮਤਲਬ ਉਸ ਤਰ੍ਹਾਂ ਵੀ ਲਿਖੇ ਹੋਏ ਨੇ। ਲੇਕਿਨ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਗੱਲ ਜੋ ਸਪਸ਼ਟ ਕਰਕੇ ਸਾਨੂੰ ਲਿਖੀ ਹੈ ਕਿ ਇਸ ਨੂੰ ਵਾਹਿਗੁਰੂ ਤੇ ਵਾਹਿਗੁਰੂ ਦੋਵੇਂ ਰੂਪਾਂ ਦੇ ਵਿੱਚ ਮਤਲਬ ਦੋਵਾਂ ਤਰੀਕਿਆਂ ਦੇ ਨਾਲ ਅਸੀਂ ਪ੍ਰੋਨਾਂਸੀਏਟ ਕਰ ਸਕਦੇ ਹਾਂ, ਬੋਲ ਸਕਦੇ ਹਾਂ। ਵਾਹਿਗੁਰੂ ਕਹਿਣਾ ਵੀ ਉਚਿਤ ਹੈ, ਵਾਹਿਗੁਰੂ ਵੀ ਕਹਿਣਾ ਉਚਿਤ ਹੈ। ਹੁਣ ਸਿਰਫ ਮੈਂ ਇੱਕ ਕਹਾਂ ਕਿ ਸਾਨੂੰ ਅਰਥ ਭਾਵ ਨੇ ਉਹਨਾਂ ਨੂੰ ਆਪਣੀ ਸੋਚ ਤੇ ਸੁਰਤੀ ਦੇ ਅੰਦਰ ਰੱਖਣਾ ਕਿ ਜਦੋਂ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਜਾਂ ਵਾਹਿਗੁਰੂ ਹੈ ਤੇ ਜੋ ਅਚਰਜਤਾ ਉਸ ਪ੍ਰਭੂ ਪਰਮਾਤਮਾ ਦੀ, ਜੋ ਉਸ ਪਰਮਾਤਮਾ ਦੀ ਤਾਰੀਫ ਇਹਨਾਂ ਦੇ ਅੰਦਰ, ਇਹਨਾਂ ਅੱਖਰਾਂ ਦੇ ਅੰਦਰ ਹੈ, ਉਹ ਸਾਡੇ ਖਿਆਲ ਦੇ ਅੰਦਰ ਆਉਣੀ ਚਾਹੀਦੀ। ਬੋਲਣ ਵਿੱਚ ਮੈਂ ਆਪਣੀ 50 ਸਾਲ ਦੀ ਉਮਰ ਦੇ ਅੰਦਰ ਤਕਰੀਬਨ 98% ਲੋਕਾਂ ਦੇ ਕੋਲੋਂ ਵਾਹਿਗੁਰੂ ਹੀ ਸ਼ਬਦ ਸੁਣਿਆ ਹੈ। ਮਤਲਬ ਅਗਰ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੇਲੇ 10 ਸਾਲ ਦੀ ਉਮਰ ਦੇ ਵਿੱਚ ਕਿਸੇ 70 ਸਾਲ ਦੇ ਬਜ਼ੁਰਗ ਤੋਂ ਸੁਣਿਆ ਹੋਵੇਗਾ ਉਹ ਵਾਹਿਗੁਰੂ ਬੋਲਦੇ ਸਨ। ਹੁਣ ਕਈ ਵਾਰ ਐਸਾ ਹੁੰਦਾ ਹੈ ਕਿ ਇਹ ਮਸਲੇ ਸਾਡੇ ਵਿੱਚ ਖੜੇ ਹੋ ਜਾਂਦੇ ਨੇ ਤੇ ਅਸੀਂ ਇਹਦੇ ਉੱਤੇ ਵੀ ਵੰਡੇ ਜਾਂਦੇ ਹਾਂ। ਤੇ ਭਾਈ ਕਾਨ ਸਿੰਘ ਜੀ ਨਾਭਾ ਨੇ ਇਸ ਗੱਲ ਦਾ ਸਾਨੂੰ ਇੱਕ ਨਿਰਣਾ ਕਰਕੇ ਦੇ ਦਿੱਤਾ ਕਿ ਅਸੀਂ ਵਾਹਿਗੁਰੂ ਕਹੀਏ ਜਾਂ ਵਾਹਿਗੁਰੂ ਕਹੀਏ। ਇਹ ਦੋਵੇਂ ਅੱਖਰ ਜੋ ਨੇ ਕਹਿਣੇ ਜਿਸ ਤਰ੍ਹਾਂ ਇਸ ਦੋਵੇਂ ਤਰੀਕੇ ਨਾਲ ਅਸੀਂ ਇਹਨੂੰ ਪ੍ਰੋਨਾਂਸੀਏਟ ਕਰ ਸਕਦੇ ਹਾਂ, ਬੋਲ ਸਕਦੇ ਹਾਂ। ਵਾਹਿਗੁਰੂ ਵੀ ਬੋਲ ਸਕਦੇ ਹਾਂ, ਵਾਹਿਗੁਰੂ ਵੀ ਬੋਲ ਸਕਦੇ ਹਾਂ। ਤੇ ਮੈਂ ਲਿਖਤੀ ਹਵਾਲਿਆਂ ਨਾਲ ਵੀ ਆਪ ਜੀ ਨਾਲ ਗੱਲ ਕੀਤੀ ਤੇ ਬੋਲਾਂ ਦੇ ਹਿਸਾਬ ਨਾਲ ਮੈਂ ਦੱਸਿਆ ਕਿ ਜੇਕਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ 10 ਸਾਲ ਦੀ ਉਮਰ, 8 ਸਾਲ ਦੀ ਉਮਰ ਵਿੱਚ ਕਿਸੇ 70, 75, 80 ਸਾਲ ਦੇ ਬਜ਼ੁਰਗ ਨੂੰ ਵੀ ਸੁਣਿਆ ਤੇ 95, 98% ਲੋਕੀ, 90% ਤੋਂ ਉੱਪਰ ਲੋਕੀ ਵਾਹਿਗੁਰੂ ਅੱਖਰ ਕਹਿੰਦੇ ਸਨ। ਤੇ ਸ਼ਾਇਦ ਉਹ ਜੋ ਇੱਕ ਪਰੰਪਰਾ ਬੋਲਣ ਦੀ ਆ ਰਹੀ ਸੀ ਉਹ ਕੈਰੀ ਆਨ ਹੁੰਦੀ ਰਹੀ, ਉਹ ਸਾਡੇ ਤੱਕ ਪਹੁੰਚੀ ਹੈ। ਇਸ ਕਰਕੇ ਅਸੀਂ ਇਸ ਮਸਲੇ ਨੂੰ ਜੇਕਰ ਕੋਈ ਵਾਹਿਗੁਰੂ ਬੋਲ ਰਿਹਾ ਹੈ ਉਹ ਵੀ ਦਰੁਸਤ ਹੈ, ਕੋਈ ਵਾਹਿਗੁਰੂ ਬੋਲ ਰਿਹਾ ਹੈ ਉਹ ਵੀ ਦਰੁਸਤ ਹੈ। ਇਹਦੇ ਉੱਤੇ ਝਗੜਾ ਨਹੀਂ ਹੋਣਾ ਚਾਹੀਦਾ। ਸਿਰਫ ਇਹਦੇ ਅੰਦਰ ਜੋ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਲਿਖੀ ਹੈ, ਜਦੋਂ ਸਾਡੇ ਮੂੰਹ ਚੋਂ ਇਹ ਅੱਖਰ ਨਿਕਲੇ ਉਦੋਂ ਸਾਡੀ ਸੁਰਤੀ ਦੇ ਅੰਦਰ ਉਹ ਸਿਫਤ ਜੋ ਹੈ ਹਰ ਹਾਲਤ ਵਿੱਚ ਪ੍ਰਕਾਸ਼ਮਾਨ ਹੋਣੀ ਚਾਹੀਦੀ ਹੈ। ਨਾ ਮਹਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪੱਤੇ ਦੀ ਗੱਲ ਕਹੀ ਹੈ ਵੀਰ ਮਨਮੋਹਨ ਸਿੰਘ ਜੀ ਨੇ ਕਿ ਗੱਲ ਤਾਂ ਅਰਥ ਭਾਵ ਦੀ ਹੈ। ਵਾਹਿਗੁਰੂ ਕਹੀਏ ਜਾਂ ਵਾਹਿਗੁਰੂ ਕਹੀਏ, ਸਾਡੇ ਮਨ ਵਿੱਚ ਉਹ ਅਚਰਜਤਾ ਹੋਣੀ ਚਾਹੀਦੀ ਹੈ, ਦੀ ਵੰਡਰਸ ਗੋਡ। ਤੋਂ ਬਹੁਤ ਵਧੀਆ ਗੱਲ ਆਪ ਜੀ ਨੇ ਨਿਰਣਾ ਕਰ ਦਿੱਤਾ। ਤੇ ਅਸਲ ਗੱਲ ਤਾਂ ਅਰਥ ਭਾਵ ਹੈ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨੇ
ਇਹ ਸੱਜੇ ਖੱਬੇ ਲਿਆਉਣ ਦੀ ਕੋਈ ਬਹੁਤੀ ਮਿਹਨਤ ਕਰਨ ਦੀ ਲੋੜ ਵੀ ਨਹੀਂ ਹੈ। ਪਰ ਫਿਰ ਵੀ ਚਲੋ ਜੇ ਮਨ ਚਾਵੇ ਤਾਂ ਇਹ ਪਲੇਟਫਾਰਮ ਇਸ ਲਈ ਹੈ ਕਿ ਮਨ ਦਾ ਕੋਈ ਸ਼ੰਕਾ ਨਾ ਰਹਿ ਜਾਏ, ਤਾਂ ਉਹ ਨਿਵਰਤ ਹੋਣਾ ਚਾਹੀਦਾ। ਵੀਰ ਜੀ ਨੇ ਬੜੇ ਅੱਛੇ ਢੰਗ ਦੇ ਨਾਲ ਨਿਵਰਤ ਕੀਤਾ। ਤੇ ਸਾਨੂੰ ਵਾਹਿਗੁਰੂ ਜਾਂ ਵਾਹਿਗੁਰੂ ਇਹ ਕੋਈ ਵੀ ਲਫ਼ਜ਼ ਜਿਹੜਾ ਜਿਸ ਤਰ੍ਹਾਂ ਵਰਤਿਆ ਜਾਂਦਾ ਹੈ ਉਹ ਠੀਕ ਹੈ। ਸਤਿਗੁਰੂ ਕਿਰਪਾ ਕਰਨ ਕਿ ਵਾਹਿਗੁਰੂ ਦਾ ਅਕਸ ਜ਼ਰੂਰ ਸਾਡੇ ਉਸ ਵੇਲੇ ਜ਼ਿਹਨ ਵਿੱਚ ਆਵੇ। ਇਹ ਸਤਿਗੁਰੂ ਜੀ ਦੀ ਕਿਰਪਾ ਹੋ। तो धन्यवाद साहब मनमोहन सिंह जी आप जी का। तो आओ साध संगत जी अगले सवाल वाल चलते हैं। अगला सवाल जिहड़ा है इस जगदेव सिंह जी इन्होंने भेजे है। सवाल बड़ा लंबा चौड़ा है। ये है अंकों बारे भी जिहड़े शब्दों के अखीर ते अंक आउंदे ने उन्हां बारे कुछ उन्होंने पुछना कीती है। तो काफ़ी सवाल ने इन्हां दे ते सारे तो शायद अज नहीं ले जा सकते, पर कुछ एक सवाल जिहड़े ਆਪਾਂ ਤਕਰੀਬਨ 15 ਮਿੰਟ ਦੇ 10-12 ਮਿੰਟ ਦੇ ਖਿਮਾ ਕਰਨ 10 ਤੋਂ 12 ਮਿੰਟ ਦੇ ਸਮੇਂ ਦੇ, ਕਿਉਂਕਿ ਸਵਾਲ ਲੰਬਾ ਹੈ। ਵੈਸੇ ਸਾਡੀ ਕੋਸ਼ਿਸ਼ ਹੁੰਦੀ ਕਿ 10 ਮਿੰਟ ਦੇ ਵਿੱਚ ਸਵਾਲ ਦਾ ਜਿਹੜਾ ਉਹ ਉੱਤਰ ਹੋ ਜਾਏ। तो 10-12 ਮਿੰਟ ਦੇ ਸਮੇਂ ਜਿਤਨੇ ਹੋ ਸਕਣ ਕਰ ਲਾਂਗੇ, ਬਾਕੀ ਆਪਾਂ ਅਗਲੇ ਹਫ਼ਤੇ ਲਈ ਰਿਜ਼ਰਵ ਰੱਖ ਲਾਂਗੇ। ਪਰ ਮੈਂ ਬੇਨਤੀ ਕਰਾਂਗਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਕਿ ਉਹ ਕਿਰਪਾ ਕਰਕੇ, ਉਹ ਕਿਉਂਕਿ ਸਵਾਲ ਲੰਬਾ ਇਸ ਲਈ ਮੈਂ ਪੜ੍ਹ ਵੀ ਨਹੀਂ ਰਿਹਾ, ਉਹ ਕਿਰਪਾ ਕਰਕੇ ਨਾਲ ਪੜ੍ਹੀ ਜਾਣਗੇ ਜਿਹੜਾ ਸਵਾਲ ਤੇ ਉਹਦਾ ਨਾਲ ਹੀ ਉੱਤਰ ਦੇਣਗੇ ਜੀ। ਗਿਆਨੀ ਅੰਮ੍ਰਿਤਪਾਲ ਸਿੰਘ। हाँ जी, वाहिगुरू जी का खालसा वाहिगुरू जी की फतेह। ਜਿਹੜਾ ਪਹਿਲਾ ਸਵਾਲ ਭਾਈ ਸਾਹਿਬ ਜੀ ਨੇ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਪਹਿਲੇ ਅੰਕ ਨੋਟ ਕੀਤੇ ਹਨ ਕਿ ਮਾਝ ਰਾਗ ਦੇ 133 ਪੰਨੇ ਦੇ ਉੱਤੇ ਕਿ ਜਿਹੜੇ ਅੰਕ ਆਏ ਹਨ, ਪਹਿਲਾ ਅੰਕ 8 ਹੈ, ਦੂਸਰਾ ਅੰਕ 5 ਹੈ, ਤੀਸਰਾ ਅੰਕ 29 ਹੈ, ਫਿਰ 1, ਫਿਰ 32, ਫਿਰ 1, ਫਿਰ 5 ਤੇ ਟੋਟਲ 39। ਇਹ 39 ਅੰਕ ਜਿਹੜਾ ਹੈ ਇਹਨਾਂ ਸ਼ਬਦਾਂ ਦਾ ਆਖਰੀ ਜੋੜ ਹੈ। गुरु ग्रंथ साहिब महाराज गरीब नवाज जी के 109 पन्ने तो लैकर के 133 पन्ने तक ये सारिया अष्टपदियां का अंक है। ये जिहड़ियां अष्टपदियां हैं वखरे वखरे गुरु साहिबान जी के वालों है। शुरू दे विच गुरु नानक साहिब महाराज जी की अष्टपदी है और वो एक अष्टपदी है, उस तो ज़्यादा नहीं है। उस तो अगे गुरु अमरदास महाराज जी दियां अष्टपदियां शुरू होंदियां ने, वो 32 अष्टपदियां ने। अते उस तो बाद फिर चौथे पातशाह गुरु रामदास महाराज जी की अष्टपदी है, ਉਹਦੀ गिनती केवल इको ही है। उस तो बाद गुरु अर्जन साहिब महाराज जी के अष्टपदियां के शब्द 5 शब्द ने। इस तरीके दे नाल ये टोटल अंक जिहड़ा 39 बन जाता है। एक अष्टपदी गुरु नानक साहिब महाराज जी की, 32 अष्टपदियां गुरु अमरदास महाराज जी दियां, और फिर एक अष्टपदी गुरु रामदास जी की, ते 5 अष्टपदियां गुरु अर्जन साहिब महाराज जी की। तो ये 39 सारियां बनदियां हैं। ते जिहड़ा पहला 8 अंक है वो जिहड़ा शब्द उत्थे अंकित है पंचम पातशाह दा, जिथे ये 39 अष्टपदियां संपूर्ण हुंदियां हन, वो 8 अंक उन्हां 8 पंक्तियां दा एक शब्द दा 8 अंक है। तो वो 8 तुकां दी एक अष्टपदी मन ली गई है, जिस करके ਉਹਦਾ 8 ਜਿਹੜਾ ਹੈ ਬਾਕੀ ਸਾਰਿਆਂ ਤੋਂ ਅਲੱਗ ਹੈ। ਤੇ ਅਗਲਾ 5 ਅੰਕ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ 5 ਅਸ਼ਟਪਦੀਆਂ ਦਾ। ਤੇ ਫਿਰ ਅੱਗੇ 1, 32, 1, 5 ਤੇ 39
ਇਹ ਸੰਪੂਰਨ ਵੇਰਵਾ ਹੈ ਇਹਨਾਂ 39 ਅਸ਼ਟਪਦੀਆਂ ਦਾ। ਤੋ ਇਹਨੂੰ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਮਹਾਰਾਜ ਜੀ ਨੇ ਰਹਿਮਤ ਕਰਕੇ ਇਹ ਜਿਹੜੀ ਤਰਤੀਬ ਸਾਰੀ ਬਾਣੀ ਦੇ ਵਿੱਚ ਹੀ ਇਸ ਤਰ੍ਹਾਂ ਦਿੱਤੀ ਹੈ, ਜਿੱਥੇ ਜਿੰਨੀ ਗਿਣਤੀ ਦੇ ਚੌਪਦੇ ਹਨ, ਜਿੰਨੀ ਗਿਣਤੀ ਦੇ ਤਿਪਦੇ ਹਨ, ਔਰ ਜਿੰਨੀ ਗਿਣਤੀ ਦੇ ਦੁਪਦੇ ਹਨ, ਜਿੰਨੀ ਗਿਣਤੀ ਦੇ ਪੰਜਪਦੇ ਹਨ, ਉਹ ਸਾਰੇ ਹੀ ਜਿਹੜੇ ਆ ਉਹਨਾਂ ਦੀ ਇਹ ਅੰਕਾਂ ਦੀ ਤਰਤੀਬ ਥਾਂ ਥਾਂ ਦਿੱਤੀ ਹੋਈ ਹੈ। ਇਹ ਉੱਥੋਂ ਹੀ ਸਮਝੀ ਜਾ ਸਕਦੀ ਹੈ। ਤੇ ਨਿਤ ਨਿਤ ਦਈ ਸੰਭਾਲੀਐ, ਮੂਲ ਨਾ ਮਨੋ ਵਿਸਾਰੀਐ, ਇੱਥੇ 32 ਅੰਕ ਦਿੱਤਾ ਹੋਇਆ ਹੈ, ਕਿਉਂਕਿ ਇਸ ਸ਼ਬਦ ਤੱਕ ਇਹ 32 ਅਸ਼ਟਪਦੀਆਂ ਪੂਰੀਆਂ ਹੋ ਜਾਂਦੀਆਂ ਨੇ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਥਾਂ ਥਾਂ ਹੀ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਨੇ ਅੰਕਿਤ ਕੀਤੀਆਂ ਹਨ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ ਹੈ ਕਿ ਸਾਰੀ ਉਸ ਰਚਨਾ ਦੀ ਜਿਹੜੀ ਅਸ਼ਟਪਦੀਆਂ ਰੂਪ ਦੇ ਵਿੱਚ ਹੈ, ਉਹਦੀ ਗਿਣਤੀ ਦੇ ਕਰਕੇ ਸਾਰਾ ਵੇਰਵਾ ਅੰਕਿਤ ਕਰ ਦਿੱਤਾ ਗਿਆ ਹੈ, ਜਿਹਨੂੰ ਅਸੀਂ ਆਪ ਸਤਿਗੁਰੂ ਸਾਹਿਬ ਜੀ ਦਾ ਪਾਠ ਦੀਦਾਰ ਕਰਕੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਸਵਾਲ ਦੇ ਬਾਰੇ ਕਿਤੇ ਬੇਨਤੀ ਹੀ ਪ੍ਰਵਾਨ ਕਰਨੀ। ਹੋਰ ਜਾਣਕਾਰੀ ਤੁਸੀਂ ਆਪ ਸੱਜਣ ਬੜੀ ਚੰਗੀ ਤਰ੍ਹਾਂ ਦੇ ਸਕਦੇ ਹੋ, ਤਾਂ ਕਿ ਮੇਰੇ ਲਈ ਵੀ ਸੇਧ ਬਣ ਜਾਏ। ਗਿਆਨੀ ਜੀ ਨੇ ਅੰਕਾਂ ਦੇ ਬਾਰੇ ਦੱਸਿਆ, ਤੋ ਜਿਸ ਤਰ੍ਹਾਂ ਉਹਨਾਂ ਨੇ ਸੁਜੈਸਟ ਕੀਤਾ ਵੀ ਇਸੇ ਲਾਈਨ ਤੇ ਆਪਾਂ ਬਾਕੀ ਵੀ ਦੇਖ ਸਕਦੇ ਹਾਂ। ਅਸਲ 'ਚ ਸਾਰੇ ਜਿਤਨੇ ਵੀ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬਾਅਦ ਵਿੱਚ ਇਹ ਇੱਕ ਬਹੁਤ ਐਡੀਟਿੰਗ ਦੀ ਬੜੀ ਨਿਵੇਕਲੀ ਸ਼ੈਲੀ ਹੈ ਗੁਰੂ ਅਰਜਨ ਸਾਹਿਬ ਜੀ ਦੀ, ਤਾਂ ਜੇ ਇਹਨਾਂ ਵਿੱਚ ਕੋਈ ਰਲ ਗੱਡ ਨਾ ਹੋ ਸਕੇ, ਕਿਉਂਕਿ ਹਰ ਸ਼ਬਦ ਦੇ ਬਾਅਦ ਉਹਦੇ ਜਿਤਨੇ ਪੈਰਾਗ੍ਰਾਫਸ ਨੇ ਉਹਦਾ ਨੰਬਰ ਦਿੱਤਾ, ਔਰ ਉਸ ਤੋਂ ਬਾਅਦ ਉਸ ਗੁਰੂ ਸਾਹਿਬਾਨ ਦੇ ਟੋਟਲ ਕਿਤਨੇ ਸ਼ਬਦ ਨੇ ਉਸ ਰਾਗ ਵਿੱਚ ਚੱਲ ਰਹੇ, ਔਰ ਉਸ ਤੋਂ ਬਾਅਦ ਪਹਿਲੇ ਗੁਰੂ ਸਾਹਿਬਾਨ ਜਿਵੇਂ ਪੰਜਵੇਂ ਗੁਰੂ ਸਾਹਿਬਾਨ ਤੋਂ ਦਾ ਅਗਰ ਚੱਲ ਰਿਹਾ ਹੈ, ਤਾਂ ਉਸ ਤੋਂ ਪਹਿਲੇ ਜਿਹੜੇ ਗੁਰੂ ਸਾਹਿਬਾਨ ਨੇ ਕੀਤੇ ਉਹਨਾਂ ਸਾਰਿਆਂ ਦਾ ਕਰਕੇ ਫਿਰ ਪ੍ਰੋਗਰੈਸਿਵ ਟੋਟਲ ਦਿੱਤਾ ਹੈ। ਉਹਦਾ ਭਾਵ ਤਾਂ ਇਹੀ ਲੱਗਦਾ ਕਿ ਤਾਂ ਜੇ ਕੋਈ ਵੀ ਕਿਸੇ ਸਮੇਂ 'ਚ, ਆਉਣ ਵਾਲੇ ਸਮੇਂ 'ਚ ਕੋਈ ਵੱਧ ਘੱਟ ਨਾ ਕਰ ਸਕੇ, ਕੋਈ ਹੋਰ ਕੱਚੀ ਬਾਣੀ ਜਾਂ ਕੋਈ ਹੋਰ ਚੀਜ਼ ਜਿਹੜੀ ਹੈ ਉਹਦੇ ਵਿੱਚ ਇਨਸਰਟ ਨਾ ਕਰ ਸਕੇ ਜਾਂ ਵਿੱਚੋਂ ਕੱਢ ਨਾ ਸਕੇ। ਇਸ ਕਰਕੇ ਇਹ ਜਿਹੜੀ ਸਾਰੀ ਤਰਤੀਬ ਦਿੱਤੀ ਹੈ, ਇਹ ਬੜੀ ਹੀ ਇੱਕ ਨਿਵੇਕਲੀ ਤਰਤੀਬ ਹੈ, ਜਿਹੜੀ ਤੁਸੀਂ ਦੇਖ ਲਓ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਤੋਂ ਬਾਅਦ ਅੱਜ ਤੱਕ ਕਿਸੇ ਹੋਰ ਵੀ ਗ੍ਰੰਥ ਵਿੱਚ ਇਹੋ ਜਿਹੀ ਸੰਪਾਦਨ ਸ਼ੈਲੀ ਨਹੀਂ ਹੈ। ਇਹ ਸਾਰਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਤੋ ਯਾਨੀ ਕਿ ਆਪਾਂ ਚਲੀਏ ਅਗਲੇ ਸਵਾਲ। ਹਾਂਜੀ, ਅੱਛਾ ਜੀ। ਤੋ ਅਗਲਾ ਸਵਾਲ ਜਿਹੜਾ ਹੈ ਉਹ ਬੜਾ ਧਿਆਨ ਮੰਗਦਾ ਜੀ। ਮੈਂ ਪਹਿਲੇ ਸਵਾਲ ਪੜ੍ਹ ਦੇਣਾ। ਸਵਾਲ ਹੈ, ਗੁਰੂ ਨਾਨਕ ਦੇਵ ਜੀ ਦੇ ਸਮੇਂ ਆਨੰਦ ਕਾਰਜ ਦੀ ਮਰਿਆਦਾ ਕਿਵੇਂ ਨਿਭਾਈ ਗਈ? ਗੁਰੂ ਅਮਰਦਾਸ ਜੀ ਨੇ ਆਪਣੀ ਨਿਗਰਾਨੀ ਵਿੱਚ ਬੀਬੀ ਮੱਥੋ ਤੇ ਭਾਈ ਪ੍ਰੇਮੇ ਦਾ ਆਨੰਦ ਕਾਰਜ ਜਿਹੜਾ ਉਹ ਕਿਸ ਰੀਤੀ ਨਾਲ ਕਰਵਾਇਆ? ਔਰ ਉਸ ਤੋਂ ਬਾਅਦ ਬੀਬੀ ਭਾਨੀ ਜੀ ਔਰ ਭਾਈ ਜੇਠਾ ਜੀ, ਬਾਅਦ ਵਿੱਚ ਗੁਰੂ ਰਾਮਦਾਸ ਜੀ, ਉਹਨਾਂ ਦੇ ਜਿਸ ਵੇਲੇ ਆਨੰਦ ਕਾਰਜ ਹੋਇਆ ਤਾਂ ਉਹ ਕਿਸ ਰੋਹ ਰੀਤੀ ਨਾਲ ਹੋਇਆ? ਇਹਨਾਂ ਬਾਰੇ ਇਹ ਉਹਨਾਂ ਨੇ ਸਵਾਲ ਕੀਤਾ। ਦੂਸਰਾ ਸਵਾਲ ਜਿਹੜਾ ਇਸੇ ਸਵਾਲ ਦਾ ਦੂਜਾ ਹਿੱਸਾ ਹੈ, ਉਹ ਹੈ ਕਿ ਸੂਹੀ ਰਾਗ ਵਿੱਚ ਲਾਵਾਂ ਦਾ ਪਾਠ ਜਿਵੇਂ ਅੱਜ ਕੱਲ੍ਹ ਚੱਲਦਾ ਹੈ, ਉਹ ਸਵਾਲ ਕਰਨ ਵਾਲੇ ਪੁੱਛਦੇ ਨੇ ਜੀ ਵੀ ਇਹ ਕਦੋਂ ਤੋਂ ਸ਼ੁਰੂ ਹੋਇਆ, ਕਿੱਥੋਂ ਸ਼ੁਰੂ ਹੋਇਆ? ਇਹਦੇ ਬਾਰੇ ਵਿਚਾਰ ਚਾਹੀਦੀ ਹੈ। ਤਾਂ ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਕਿਰਪਾ ਕਰਨ ਕਿ ਇਸ ਵਿਸ਼ੇ ਨੂੰ ਖੋਲ ਕੇ ਦੱਸਣ ਦੀ ਕਿਰਪਾ ਕਰਨ ਜੀ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਨਾਨਕ ਪਾਤਸ਼ਾਹ ਨੇ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੀ ਜੀਵਨ ਜੁਗਤ ਜੀਵਨ ਸ਼ੈਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵਰਤ ਦਿੱਤੀ ਸੀ। ਜਦੋਂ ਉਹਨਾਂ ਨੂੰ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰਨ ਦੇ ਲਈ ਜੰਝੂ ਦੀ ਮਰਜ਼ਾਦਾ ਅਦਾ ਕਰਨ ਦੇ ਲਈ ਪੰਡਿਤ ਜੀ ਨੇ ਜੰਝੂ ਪਹਿਨਾਣਾ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਵੀ ਦੱਸਿਆ, ਮੈਂ ਇਸ ਜੰਝੂ ਨਾਲ ਸਹਿਮਤ ਨਹੀਂ, ਇਸ ਜੰਝੂ ਦੀ ਜਗ੍ਹਾ
ਜੇ ਆਹ ਜੰਝੂ ਤਿਆਰ ਕੀਤਾ ਜਾਵੇ, ਕਿਉਂਕਿ ਸਾਖੀ ਸੰਗਤਾਂ ਜਾਣਦੀਆਂ ਨੇ। ਤੇ ਜਦੋਂ ਆਨੰਦ ਕਾਰਜ ਦੀ ਵਾਰੀ ਆਈ, ਸੱਚੇ ਪਾਤਸ਼ਾਹ ਨੇ ਉਸ ਵੇਲੇ ਵੀ, ਕਿਉਂਕਿ ਉਹ ਉਹ ਧਰਮ ਸੰਸਕਾਰ ਸੀ। 4 ਸੰਸਕਾਰ ਜ਼ਿੰਦਗੀ ਦੇ ਹੁੰਦੇ ਨੇ। ਪਹਿਲਾ ਜਨਮ ਸੰਸਕਾਰ, ਦੂਜਾ ਧਰਮ ਸੰਸਕਾਰ, ਤੀਜਾ ਵਿਆਹ ਸੰਸਕਾਰ ਕਹਿ ਲਈਏ ਜਿਹਨੂੰ ਆਨੰਦ ਸੰਸਕਾਰ ਅਸੀਂ ਕਹਿੰਦੇ ਹਾਂ, ਤੇ ਚੌਥਾ ਮ੍ਰਿਤਕ ਸੰਸਕਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਮੇਂ ਵਿੱਚ ਹੀ ਇਹ ਸਾਰੇ ਸੰਸਕਾਰ ਕਰਨ ਵੇਲੇ ਸਾਡਾ ਪ੍ਰੋਤਵਾਦ ਤੋਂ ਜਾਂ ਧਾਰਮਿਕ ਆਗੂ ਤੋਂ ਖਹਿੜਾ ਛੁਡਾਉਂਦੇ ਹੋਏ ਇੱਕ ਨਵੀਂ ਮਰਜ਼ਾਦਾ ਜਿਹੜੀ ਸਾਨੂੰ ਦੇ ਦਿੱਤੀ ਸੀ। ਸੋ ਜਦੋਂ ਆਨੰਦ ਕਾਰਜ ਗੁਰੂ ਨਾਨਕ ਪਾਤਸ਼ਾਹ ਦਾ ਚੱਲ ਬਟਾਲੇ ਵਿਖੇ ਹੋਣ ਲੱਗਾ, ਉਸ ਵੇਲੇ ਇਤਿਹਾਸ ਦੇ ਵਿੱਚ ਲਿਖਿਆ ਹੈ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਦੀ ਪੂਰੀ ਤਿਆਰੀ ਹੋ ਗਈ, ਕਿਉਂਕਿ ਗੁਰੂ ਪਾਤਸ਼ਾਹ ਦਾ ਆਪਣਾ ਢੰਗ ਹੁੰਦਾ ਸੀ। ਜਿਹੜੀ ਗੱਲ ਲੋਕਾਂ ਨੂੰ ਸਮਝਾਣੀ ਸੀ, ਉਹ ਇਕੱਲੇ ਹੀ ਬਹਿ ਕੇ ਜਾਂ ਆਪਣੇ ਸਹੁਰੇ ਨਾਲ ਇਕੱਲੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਵੇਂ ਜੰਝੂ ਵੇਲੇ ਸਾਰੀ ਬਰਾਦਰੀ ਇਕੱਠੀ ਹੋ ਗਈ, ਇਸੇ ਤਰ੍ਹਾਂ ਆਨੰਦ ਕਾਰਜ ਵੇਲੇ ਸਾਰੀ ਬਰਾਦਰੀ ਜਦੋਂ ਇਕੱਠੀ ਹੋਈ ਪਈ ਸੀ ਤੇ ਪੰਡਤ ਜੀ ਨੇ ਅੱਗ ਬਾਲ ਦਿੱਤੀ, ਬੇਦੀ ਗੱਡੀ, ਉਹਦੀਆਂ ਲਾਵਾਂ ਲੈਣੀਆਂ ਸਨ। ਸੱਚੇ ਪਾਤਸ਼ਾਹ ਨੇ ਉੱਥੇ ਵੀ ਕਹਿ ਦਿੱਤਾ, ਪੰਡਤ ਜੀ ਮੈਂ ਇਸ ਮਰਜ਼ਾਦਾ ਦੇ ਨਾਲ ਸਹਿਮਤ ਨਹੀਂ। ਤੇ ਹੈਰਾਨ ਹੋ ਕੇ ਕੁਲ ਪ੍ਰੋਧ ਪੰਡਤ ਹਰਦਿਆਲ ਨੇ ਪੁੱਛਿਆ ਸੀ ਤੇ ਜਦੋਂ ਜੰਝੂ ਪਹਿਨਾਉਣ ਲੱਗੇ ਉਦੋਂ ਵੀ ਤੁਸੀਂ ਇਹ ਪੰਗਾ ਖੜਾ ਕੀਤਾ ਸੀ। ਗੁਸਤਾਖੀ ਮਾਫ, ਗੁੱਸਾ ਨਹੀਂ ਕਰਨਾ, ਮੇਰੀ ਸ਼ਬਦਾਵਲੀ ਦਾ ਕਿਹਾ ਹੀ ਹੋਣਾ, ਕਿਉਂਕਿ ਸਾਡੀ ਮਾਤ ਭਾਸ਼ਾ ਹੈ। ਤੇ ਹੁਣ ਨਵਾਂ ਪੰਗਾ ਤੂੰ ਫੇਰ ਖੜਾ ਕਰ ਦਿੱਤਾ, ਤੇਰਾ ਵਿਆਹ ਕਿਵੇਂ ਕਰੀਏ। ਗੁੱਸਾ ਤਾਂ ਕਿੰਨਾ ਚੜ ਗਿਆ ਸੀ ਉਸ ਵੇਲੇ ਪ੍ਰੋਧਵਾਦ ਦਾ, ਇਹ ਤਾਂ ਉਹ ਕੰਧ ਬਟਾਲੇ ਦੀ ਦੱਸਦੀ। ਪਰ ਸੱਚੇ ਪਾਤਸ਼ਾਹ ਦੇ ਆਹ ਜਿਹੜਾ ਸਵਾਲ ਦਾ ਜਵਾਬ, ਇਹ ਆਨੰਦ ਕਾਰਜ ਫਿਰ ਕਿਵੇਂ ਹੋਏ। ਇਹ ਆਨੰਦ ਕਾਰਜ ਕਰਨ ਦੇ ਲਈ ਸੱਚੇ ਪਾਤਸ਼ਾਹ ਨੇ ਵੀ ਇੱਕ ਨਵਾਂ ਸਿਧਾਂਤ ਦਿੱਤਾ ਕਿ ਮੈਂ ਸ਼ਬਦ ਗੁਰੂ ਨੂੰ ਮੰਨਣ ਵਾਲਾ ਹਾਂ, ਇਸ ਲਈ ਸ਼ਬਦ ਗੁਰੂ ਦੇ ਦੁਆਲੇ ਹੀ ਪ੍ਰਕਰਮਾਂ ਹੋਣਗੀਆਂ। ਉਸ ਵੇਲੇ ਸ਼ਬਦ ਗੁਰੂ ਮੂਲ ਮੰਤਰ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਨੇ ਸੰਸਾਰ ਨੂੰ ਜਦ ਪ੍ਰਗਟ ਕਰ ਦਿੱਤਾ ਸੀ। ਇਸ ਲਈ ਭਾਈ ਸਾਹਿਬ ਭਾਈ ਗਿਆਨ ਮਨੀ ਸਿੰਘ ਜੀ ਗਿਆਨ ਰਤਨਾਵਲੀ ਦੇ ਵਿੱਚ ਤੇ ਮਹਿਮਾ ਪ੍ਰਕਾਸ਼ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਚੌਂਕੀ ਮੰਗਾਈ, ਕਾਗਜ਼ ਦਵਾਤ, ਕਲਮ ਦਵਾਤ ਤੇ ਕਾਗਜ਼ ਮੰਗਾਇਆ, ਉਹਦੇ ਉੱਤੇ ਮੂਲ ਮੰਤਰ ਲਿਖ ਕੇ ਉਹਦੀਆਂ 4 ਪ੍ਰਕਰਮਾਂ ਕਰਕੇ ਆਪਣੇ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਉਹ ਸੱਚੇ ਪਾਤਸ਼ਾਹ ਨੇ ਆਪ ਪ੍ਰਾਰੰਭ ਕਰਕੇ ਜੋ ਨਾਨਕ ਨਿਰਮਲ ਪੰਥ ਚਾਲੂ ਕੀਤਾ ਸੀ, ਉਹਦੇ ਲਈ ਇਹ ਵੱਖਰੀ ਮਰਜ਼ਾਦਾ ਆਨੰਦ ਸੰਸਕਾਰ ਦੀ ਨੀਅਤ ਕਰ ਦਿੱਤੀ ਸੀ। ਉਸ ਤੋਂ ਬਾਅਦ ਜਿੰਨੇ ਵੀ ਨਾਨਕ ਪੰਥੀ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੁੰਦੇ ਸੀ ਜਾਂ ਗੁਰਸਿੱਖ ਬੱਚੇ ਬੱਚੀਆਂ ਦੇ ਆਨੰਦ ਕਾਰਜ, ਇਉਂ ਲੱਗਦਾ ਵੀ ਕਾਫੀ ਦੇਰ ਤੱਕ, ਬਲਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਵੀ ਇਹ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਮੂਲ ਮੰਤਰ ਦੇ ਨਾਲ ਹੁੰਦੀ ਰਹੀ। ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਵੀ ਗੁਰੂ ਨਾਨਕ ਪੰਥੀ ਜਿੰਨੇ ਵੀ ਸਿਕਲੀਗਰ, ਬੰਜਾਰੇ, ਨਾਨਕ ਪੰਥੀ, ਸਤਨਾਮੀਏ ਸਿੱਖ ਜਦੋਂ ਆਪਣੇ ਜਿਹੜੇ ਸਿੱਖੀ ਤੋਂ ਦੂਰ ਬੈਠੇ, ਪੰਜਾਬ ਤੋਂ ਦੂਰ ਬੈਠੇ ਨੇ, ਸਾਡੇ ਨਾਲੋਂ ਟੁੱਟੇ ਹੋਏ ਨੇ, ਔਰ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਉਹ ਲਗਭਗ ਕੋਈ 12 ਕਰੋੜ ਤੋਂ ਲੈ ਕੇ 15 ਕਰੋੜ ਦੀ ਗਿਣਤੀ ਦੱਸ ਰਿਹਾ ਹੈ, ਉਹਨਾਂ ਦੇ ਸਾਰਿਆਂ ਦੇ ਉਹ ਮਰਜ਼ਾਦਾ ਅੱਜ ਤੱਕ ਚਾਲੂ ਹੈ। ਜਦੋਂ ਵੀ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਤੇ ਉਹ ਮੂਲ ਮੰਤਰ ਦਾ ਪਾਠ ਲਿਖ ਕੇ ਆਨੰਦ ਕਾਰਜ ਦੀ ਮਰਜ਼ਾਦਾ ਵੀ ਕਰਦੇ ਨੇ, ਤੇ ਜੋ ਉਹਨਾਂ ਦੇ ਜੀਵਨ ਦਾ ਕੋਈ ਵੀ ਕਾਰਜ ਹੁੰਦਾ ਹੈ ਉਹ ਮੂਲ ਮੰਤਰ ਦੇ ਸਹਾਰੇ ਹੀ, ਜਾਂ ਜਿੰਨੀ ਕੁ ਬਾਣੀ ਉਹਨਾਂ ਕੋਲ ਪਹੁੰਚ ਚੁੱਕੀ ਹੈ ਉਹਦੇ ਸਹਾਰੇ ਹੀ ਆਪਣੀ ਜ਼ਿੰਦਗੀ ਦੇ ਸਾਰੇ ਕਾਰਜ ਪੂਰੇ ਕਰਦੇ ਨੇ। ਇਹ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਸੋ ਕੁਦਰਤੀ ਗੱਲ ਹੈ ਜੇ ਅੱਜ ਤੱਕ ਉਹਨਾਂ ਦੀ ਮਰਜ਼ਾਦਾ ਇਹ ਚੱਲੀ ਹੋਈ ਹੈ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਲੇ ਵੀ ਇਹ ਮਰਜ਼ਾਦਾ ਇਹੀ ਲਾਗੂ ਹੋਈ ਰਹੇਗੀ, ਕਿਉਂਕਿ ਉਸ ਵੇਲੇ ਥੋੜਾ ਕੁ ਵਾਧਾ ਹੋ ਚੁੱਕਾ ਸੀ ਕਿ ਪੋਥੀ ਪਰਮੇਸ਼ਰ ਦਾ ਥਾਨ। ਗੁਰੂ ਨਾਨਕ ਪਾਤਸ਼ਾਹ ਨੇ ਜਿੰਨੀ ਬਾਣੀ ਦੀ ਪੋਥੀ ਆਪਣੇ ਕੋਲ ਆਪਣੀ ਤੇ ਭਗਤਾਂ ਦੀ ਇਕੱਤਰ ਕੀਤੀ ਸੀ, ਉਹ ਪ੍ਰਾਤਨ ਜਨਮ ਸਾਖੀ ਦੀ ਸਾਖੀ ਨੰਬਰ 57 ਦੇ ਮੁਤਾਬਕ ਤਿਤਮੈਲ ਸ਼ਬਦ ਜੋ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਪੋਥੀ ਉਹਨਾਂ ਦੇ ਹਵਾਲੇ ਕਰਤੀ ਸੀ। ਤੇ ਹੋ ਸਕਦਾ ਹੈ ਜਿਹੜੀਆਂ ਪ੍ਰਕਰਮਾਂ ਵਾਲੀ ਗੱਲ ਹੈ ਉਹ ਭਾਵੇਂ ਮੂਲ ਮੰਤਰ ਦਾ ਹੀ ਪਾਠ ਹੁੰਦਾ ਹੋਵੇ ਜਾਂ ਕੁਝ ਵਾਧਾ ਕਰ ਦਿੱਤਾ ਗਿਆ ਹੋਵੇ, ਅਨੁਮਾਨ ਹੈ, ਪਰ ਪ੍ਰਕਰਮਾ ਪੋਥੀ ਦੀ ਸ਼ੁਰੂ ਹੋ ਗਈ ਹੋਵੇਗੀ। ਤੀਜੇ ਪਾਤਸ਼ਾਹ ਦੇ ਵੇਲੇ ਜਦੋਂ ਆ ਗੱਲ ਆਉਂਦੀ ਹੈ ਕਿ ਭਾਈ ਮੱਥੋ ਮਰਾਰੀ ਦਾ ਆਨੰਦ ਕਾਰਜ ਕਿਵੇਂ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਦੇ ਵਿੱਚ ਹੋਇਆ ਸੀ। ਸੋ ਉਹੀ ਜੋਤ ਜਿਹੜੀ ਸੀ ਉਹ ਦੇ ਕਾਇਆ ਪਲਟ ਕੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਆ ਚੁੱਕੀ ਸੀ ਤੇ ਗੁਰੂ ਨਾਨਕ ਦੀ ਉਹੀ ਜੋਤ ਸੀ। ਤੇ ਗੁਰੂ ਪਾਤਸ਼ਾਹ ਦੇ ਇਹ ਕਿਤੇ ਨਾ ਕਿਤੇ ਲਿਖਤ ਜ਼ਰੂਰ ਮਿਲਦੀ ਹੈ ਕਿ ਗੁਰੂ ਪਾਤਸ਼ਾਹ ਨੇ, ਜਾਂ ਪਰੰਪਰਾ ਹੈ ਸਾਡੀ ਜਾਂ ਲਿਖਤੀ ਰੂਪ ਵਿੱਚ, ਕਿ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦਾ ਪਾਠ ਕਰਕੇ ਆਪਣੇ ਗੁਰਸਿੱਖਾਂ ਦੇ ਆਨੰਦ ਕਾਰਜ ਦੀ ਮਰਜ਼ਾਦਾ ਜਿਹੜੀ ਹੈ ਉਹ ਕਰਵਾਈ ਜਾਂਦੀ ਸੀ, ਨਿਭਾਈ ਜਾਂਦੀ ਸੀ। ਮੱਥੋ ਮਰਾਰੀ ਦੀ ਗੱਲ ਆਈ ਹੈ
ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਕਿਉਂਕਿ ਪਹਿਲਾਂ ਉਹ ਗੁਰਗੱਦੀ ਤੇ ਨਹੀਂ ਸੀ ਜਦੋਂ ਉਹਨਾਂ ਦਾ ਆਨੰਦ ਕਾਰਜ ਹੋਇਆ। ਉਹ 1557 ਦੇ ਵਿੱਚ ਗੁਰਗੱਦੀ ਤੇ ਬੈਠੇ ਨੇ, ਔਰ 1552 ਦੇ ਵਿੱਚ ਉਹ ਤੋਂ ਕੁਝ ਸਮਾਂ ਪਹਿਲਾਂ ਉਹਨਾਂ ਦਾ ਆਨੰਦ ਕਾਰਜ ਹੋਇਆ। ਸੋ ਹੋ ਸਕਦਾ ਭਾਵੇਂ ਲਿਖਤੀ ਰੂਪ ਵਿੱਚ ਨਹੀਂ, ਜਿਹੜੀ ਗੁਰੂ ਅਮਰਦਾਸ ਜੀ ਨੇ ਮਰਜ਼ਾਦਾ ਇੱਕ ਸਿੱਖ ਲਈ ਬਣਾਈ ਤੇ ਦੂਜੇ ਲਈ ਬਦਲਣੀ ਨਹੀਂ ਸੀ, ਉਹ ਮਰਜ਼ਾਦਾ ਦੇ ਮੁਤਾਬਕ ਹੀ ਆਨੰਦ ਸਾਹਿਬ ਦਾ ਪਾਠ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਆਨੰਦ ਕਾਰਜ ਕੀਤਾ ਗਿਆ ਸੀ। ਤੇ ਚੌਥੇ ਪਾਤਸ਼ਾਹ ਜਦੋਂ ਗੁਰਗੱਦੀ ਦੇ ਵਾਰਿਸ ਸਾਹਿਬ ਬਣੇ, ਉਹਨਾਂ ਨੇ ਸਦਾ ਲਈ ਬ੍ਰਾਹਮਣਵਾਦ ਕ੍ਰੋਧਵਾਦ ਤੋਂ ਸਾਡਾ ਖਹਿੜਾ ਛੁਡਾਉਣ ਵਾਸਤੇ, ਸਿੱਖੀ ਦਾ ਨਿਆਰਾਪਣ ਕਾਇਮ ਕਰਨ ਵਾਸਤੇ ਉਸੇ ਹੀ ਪ੍ਰੋਗਰਾਮ ਨੂੰ ਡਿਵੈਲਪ ਕੀਤਾ ਤੇ ਆਨੰਦ ਕਾਰਜ ਦੇ ਲਈ 4 ਸੂਹੀ ਦੀਆਂ ਲਾਵਾਂ ਦੇ ਵਿੱਚ 4 ਸ਼ਬਦ ਜਿਹੜੇ ਉਚਾਰਨ ਕੀਤੇ। ਉਸ ਤੋਂ ਬਾਅਦ ਇਹ ਸਾਡੇ ਵਿੱਚ ਕਦੋਂ ਚਾਲੂ ਹੋਇਆ, ਇਹ ਬਹੁਤਾ ਤਾਂ ਲਿਖਤੀ ਰੂਪ ਵਿੱਚ ਨਹੀਂ ਮਿਲਦਾ। ਜਿਸ ਤਰ੍ਹਾਂ ਮੈਂ ਕਿਤਾਬਾਂ ਲੱਭਦਾ ਰਿਹਾ, ਕਈ ਗ੍ਰੰਥ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਪੁਸਤਕ ਗਿਆਨੀ ਮੱਲ ਸਿੰਘ ਜੀ ਜੋ ਸਾਬਕਾ ਹੈਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੁਣ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਰਹੇ, ਉਹ ਕਿਤਾਬ ਉਹਨਾਂ ਨੇ ਮੈਨੂੰ ਵੀ ਦਿੱਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸਰਵ ਧਰਮ ਮੈਂ ਗ੍ਰਸਤ ਪ੍ਰਧਾਨ, ਗੁਰਬਿਲਾਸ ਦਾ ਹਵਾਲਾ ਦੇ ਕੇ, ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਹਵਾਲਾ ਦੇ ਕੇ ਇਹ ਗੱਲ ਲਿਖੀ ਹੈ ਕਿ ਸਭ ਤੋਂ ਪਹਿਲਾ ਆਨੰਦ ਕਾਰਜ ਗੁਰੂ ਅੰਗਦ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਬੀਰੋ ਜੀ ਦਾ ਝਬਾਲ ਵਿਖੇ ਹੋਇਆ। ਸਵਾਲ ਦਾ ਉੱਤਰ ਸਭ ਤੋਂ ਪਹਿਲਾਂ ਕਿਸ ਜੋੜੇ ਦੇ ਆਨੰਦ ਕਾਰਜ ਹੋਏ? ਲਿਖਤੀ ਰੂਪ ਵਿੱਚ ਤਾਂ ਸਾਨੂੰ ਇਹੀ ਗੱਲ ਮਿਲੀ ਹੈ ਕਿ ਬੀਬੀ ਬੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ, ਗੁਰੂ ਤੇਗ ਬਹਾਦਰ ਜੀ ਦੀ ਭੈਣ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਭੂਆ ਜੀ ਲੱਗਦੇ ਸਨ। ਉਹਨਾਂ ਦਾ ਆਨੰਦ ਕਾਰਜ ਹੋਣਾ ਸੀ ਅੰਮ੍ਰਿਤਸਰ ਵਿਖੇ, ਗੁਰੂ ਕੇ ਮਹਿਲ, ਜਿੱਥੇ ਗੁਰੂ ਪਾਤਸ਼ਾਹ ਦਾ ਟਿਕਾਣਾ ਸੀ। ਪਰ ਅਚਨਚੇਤ ਮੁਗਲਸ ਖਾਨ ਨੇ ਹਮਲਾ ਕਰ ਦਿੱਤਾ। ਇਤਿਹਾਸ ਤੋਂ ਸਾਰੇ ਜਾਣੂ ਨੇ ਕਿ ਜਿਸ ਰਾਤ, ਇੱਕ ਰਾਤ ਪਹਿਲਾਂ ਆਨੰਦ ਕਾਰਜ ਦੀ ਡੇਟ ਨਿਯਤ ਕੀਤੀ ਹੋਈ ਸੀ, ਉਧਰ ਮੁਗਲਸ ਖਾਨ ਦਾ ਹਮਲਾ ਹੋ ਗਿਆ। ਗੁਰੂ ਪਾਤਸ਼ਾਹ ਨੇ ਮੁਗਲਸ ਖਾਨ ਦਾ ਮੁਕਾਬਲਾ ਕਰਨ ਲਈ ਆਪਣੀਆਂ ਫੌਜਾਂ ਲਾ ਕੇ ਗੁਰੂ ਪਰਿਵਾਰ ਨੂੰ ਝਬਾਲ ਵਿਖੇ ਭਾਈ ਲੰਘਾ ਜੀ ਦੀ ਹਵੇਲੀ ਦੇ ਵਿੱਚ ਭੇਜ ਦਿੱਤਾ। ਤੇ ਹੋ ਸਕਦਾ ਇਹ ਲੜਾਈ ਜਿਹੜੀ ਹੈ 14 ਅਪ੍ਰੈਲ 1634 ਨੂੰ ਲਿਖੀ ਗਈ ਸਾਡੀਆਂ ਕਿਤਾਬਾਂ ਵਿੱਚ, ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਹੋ ਸਕਦਾ। ਲਗਭਗ 15 ਅਪ੍ਰੈਲ 1634 ਈਸਵੀ ਨੂੰ ਇਹ ਪਹਿਲਾ ਆਨੰਦ ਕਾਰਜ ਜਿਹੜਾ ਸੀ ਉਹ ਇਹਦੇ ਵਿੱਚ ਬੀਬੀ ਬੀਰੂ ਜੀ ਦਾ ਹੋਇਆ ਹੈ। ਤੇ ਜੇ ਅਸੀਂ ਇਹ ਤਾਂ ਇੱਕ ਲਿਖਤੀ ਪ੍ਰੂਫ ਮਿਲ ਗਿਆ, ਪਰ ਜੇ ਅਨੁਮਾਨ ਲਾਈਏ ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਗੱਦੀ ਦੇ ਵਾਰਿਸ 1581 ਬਣ ਗਏ। ਪਰ ਸਿੱਖ ਮਿਸ਼ਨਰੀ ਕਾਲਜ ਦੀ ਕਿਤਾਬ ਵਿੱਚ ਲਿਖਿਆ ਉਹਨਾਂ ਦਾ ਆਨੰਦ ਕਾਰਜ 1599 ਈਸਵੀ ਨੂੰ ਪਿੰਡ ਮੋਹ, ਜ਼ਿਲ੍ਹਾ ਜਲੰਧਰ, ਭਾਈ ਕਿਸ਼ਨ ਚੰਦ ਦੀ ਲੜਕੀ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ। ਤੇ ਉਹ ਗੁਰੂ ਨਾਨਕ ਜੋਤ ਜਿਹੜੀ 5ਵੇਂ ਜਾਮੇ ਵਿੱਚ ਆ ਚੁੱਕੀ ਸੀ, ਔਰ ਜਿਹੜੇ ਐਲਾਨ ਕਰਦੇ ਸੀ ਕਿ ਵਰਤਨਾ ਰਹੋ ਨਾ ਮਾਂ ਰਮਦਾਨਾ ਤਿਸ ਸੇਵੀ ਜੋ ਰਖੇ ਨਿਦਾਨਾ, ਇਹ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੁਹਾਨ ਨਵੇਰਾ, ਅੱਜ ਕਾਬੇ ਜਾਮ ਨਾ ਤੀਰਥ ਪੂਜਾ, ਇੱਕੋ ਸੇਵੀ ਅਵਰ ਨਾ ਦੂਜਾ। ਐਂਡ ਵਿੱਚ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਤੇ ਕੀ ਉਹਨਾਂ ਨੇ ਕੋਈ ਹੋਰ ਮਰਜ਼ਾਦਾ ਅਪਣਾਣੀ ਸੀ? ਉਹ ਮਰਜ਼ਾਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਲਾਵਾਂ ਦੇ, ਸੂਹੀ ਰਾਗ ਦੇ ਲਾਵਾਂ ਦੇ 4 ਸ਼ਬਦਾਂ ਨਾਲ ਹੀ ਸੰਪੂਰਨ ਹੋਈ ਹੋਏਗੀ। ਇਸੇ ਤਰ੍ਹਾਂ ਉਹਨਾਂ ਦੇ ਬੇਟੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਆਨੰਦ ਕਾਰਜ ਹੋਇਆ। ਤੇ ਅਨੁਮਾਨਿਤ ਤੌਰ ਤੇ ਅਸੀਂ ਕਹਿ ਸਕਦੇ ਹਾਂ ਸਭ ਤੋਂ ਪਹਿਲਾ ਆਨੰਦ ਕਾਰਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹਨਾਂ ਲਾਵਾਂ ਦੇ ਨਾਲ ਹੋਇਆ ਹੋਵੇਗਾ। ਸੋ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਮੇਰਾ ਸਵਾਲ ਦਾ ਉੱਤਰ ਲਗਭਗ ਇੱਥੇ ਹੀ ਪੂਰਾ ਹੋ ਜਾਂਦਾ ਹੈ। ਪਰ ਜਿਹੜਾ ਨਾਨਕ ਨਿਰਮਲ ਪੰਥ ਦੀ ਮਰਜ਼ਾਦਾ ਅੱਜ ਕੱਲ੍ਹ ਸਤਨਾਮੀਆਂ ਸਿੱਖਾਂ ਵਿੱਚ, ਨਾਨਕ ਪੰਥੀ ਸਿੱਖਾਂ ਵਿੱਚ ਹੈ, ਉਹ ਦੱਸਦੀ ਹੈ ਕਿ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖਾਂ ਨੂੰ ਵੀ ਸੁਚੇਤ ਕਰ ਦਿੱਤਾ ਸੀ ਕਿ ਹੁਣ ਨਿਰਮਲ ਪੰਥ, ਜਿਹੜਾ ਨਾਨਕ ਨਿਰਮਲ ਪੰਥ ਚਲਾਇਆ, ਉਹਦੀ ਮਰਜ਼ਾਦਾ ਵੱਖਰੀ ਹੋਏਗੀ ਔਰ ਜ਼ਿੰਦਗੀ ਦੇ 4 ਸੰਸਕਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲ ਜਾਂਦੇ ਨੇ ਜੀ। ਬਹੁਤ ਬਹੁਤ ਧੰਨਵਾਦ। ਭੁੱਲ ਗਲਤੀ ਲੇਖੇਵਾਂ ਕੋਈ ਸ਼ੰਕਾ ਰਹਿ ਗਿਆ ਫਿਰ ਵਿਚਾਰ ਕਰਕੇ ਤੁਹਾਡੇ ਤੋਂ ਸੇਧ ਲੈ ਕੇ ਅੱਗੇ ਫਿਰ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ ਜੀ ਨੇ ਬੜੇ ਵਿਸਥਾਰ ਨਾਲ ਔਰ ਇਤਿਹਾਸਕ ਹਵਾਲਿਆਂ ਨਾਲ ਔਰ ਲਿਖਤਾਂ ਦੀ ਜਿਹੜੀਆਂ ਵੱਖ-ਵੱਖ ਲਿਖਤਾਂ ਨੇ ਉਹਨਾਂ ਦੇ ਰੈਫਰੈਂਸ ਦੇ ਕੇ ਬੜੇ ਸਹੀ ਤਰੀਕੇ ਨਾਲ ਇਸ ਬੜਾ ਔਖਾ ਸਵਾਲ ਸੀਗਾ ਤੇ ਇਹਨਾਂ ਨੇ ਇਹਦਾ ਹੱਲ ਕੀਤਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਇਹ ਜੋ ਨਿਆਰੀ ਮਰਿਆਦਾ ਗੁਰੂ ਨਾਨਕ ਪਾਤਸ਼ਾਹ ਦੇ ਇਸ ਮਤ ਵਿੱਚ ਚੱਲ ਰਹੀ ਹੈ,
ਜਿਹੜੀ ਆਪਾਂ ਆਨੰਦ ਕਾਰਜ ਦੀ ਅੱਜ ਗੱਲ ਚੱਲ ਰਹੀ ਹੈ ਕਿ ਸੂਹੀ ਰਾਗ ਵਿੱਚ ਜਿਹੜੀਆਂ ਲਾਵਾਂ ਨੇ, ਭਾਵੇਂ ਉਹਨਾਂ ਦਾ ਅਧਿਆਤਮਕ ਵੀ ਅਰਥ ਹੈ, ਪਰੰਤੂ ਸੰਸਾਰਕ ਤੌਰ ਤੇ ਜਿਹੜਾ ਇਹ ਹੈ ਆਨੰਦ ਕਾਰਜ, ਤੋ ਇਹਦੇ ਬਾਰੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ, ਜਿਹੜੇ ਨੌਜਵਾਨ ਬੱਚੇ ਨੇ, ਉਹਨਾਂ ਨੂੰ ਆਨੰਦ ਕਾਰਜ ਦੀ ਇਹ ਜਿਹੜੀ ਇੰਪੋਰਟੈਂਸ ਹੈ ਇਹ ਦੱਸਣੀ ਬੜੀ ਜ਼ਰੂਰੀ ਹੈ। ਵੈਸੇ ਤਾਂ ਸਾਡੀ ਮਰਿਆਦਾ 'ਚ ਲਿਖਿਆ ਕਿ ਸਿੱਖ ਬੱਚੇ ਦਾ ਆਨੰਦ ਕਾਰਜ ਸਿੱਖ ਬੱਚੀ ਨਾਲ ਹੋਵੇ ਤੇ ਵਾਈਸ ਵਰਸਾ ਸਿੱਖ ਬੱਚੀ ਦਾ ਸਿੱਖ ਬੱਚੇ ਨਾਲ ਹੋਵੇ, ਪਰ ਹੁਣ ਦੇਖਣ 'ਚ ਆ ਰਿਹਾ, ਪਹਿਲੇ ਤਾਂ ਆਪਾਂ ਇੱਧਰ ਵੈਸਟਰਨ ਕੰਟਰੀ ਸੁਣਦੇ ਸਾਂ, ਪਰ ਹੁਣ ਆਪਣੇ ਬੈਕ ਹੋਮ ਹਿੰਦੁਸਤਾਨ 'ਚ ਵੀ ਕਈ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਨੇ ਕਿ ਸਾਡੇ ਬੱਚੇ ਬੱਚੀਆਂ ਜਿਹੜੇ ਨੇ ਉਹ ਆਪਣੇ ਮਤ ਛੱਡ ਕੇ ਅਨਮਤੀਆਂ 'ਚ ਉਹ ਜਿਹੜੇ ਨੇ ਉਹ ਵਿਆਹ ਕਰਦੇ ਨੇ। ਤੋ ਇਹਦੇ ਬਾਰੇ ਮੈਂ ਸਮਝਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਮਤ ਹੈ, ਇਹ ਤਾਂ ਬਹੁਤ ਖਜ਼ਾਨਾ ਬਹੁਤ ਤਗੜਾ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਪਰ ਅਸੀਂ ਖੋਲ ਕੇ ਦੇਖਿਆ ਨਹੀਂ। ਇਹਨੂੰ ਖੋਲ ਕੇ ਦੇਖਣ ਦੀ, ਪ੍ਰਚਾਰਨ ਦੀ ਲੋੜ ਹੈ, ਤਾਂ ਜੇ ਪਤਾ ਲੱਗੇ ਕਿ ਇਹਨਾਂ ਦੀ ਕੀ ਇੰਪੋਰਟੈਂਸ ਹੈ, ਨਿਰਾਲਾਪਨ ਕਿਵੇਂ ਰਹੇਗਾ। ਜੇਕਰ ਅਸੀਂ ਆਪਣੇ ਗੁਰਮਰਿਆਦਾ ਤੇ ਚੱਲਾਂਗੇ ਤਾਂ ਹੀ ਨਿਆਰੇ। ਪਰ ਜਿਸ ਤਰ੍ਹਾਂ ਮੈਂ ਇਸ਼ਾਰੇ ਮਾਤਰ ਕਿਹਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਹੜੇ ਬੱਚੇ ਬੱਚੀਆਂ ਨੇ, ਬਹੁਤ ਗਿਣਤੀ ਵਿੱਚ, ਕਾਫੀ ਗਿਣਤੀ ਵਿੱਚ ਇਹ ਇਸ ਪ੍ਰਭਾਵ ਤੋਂ ਨਿਕਲਦੇ ਨਜ਼ਰ ਆਉਂਦੇ ਨੇ। ਲੋੜ ਹੈ ਆਪਣੇ ਇਸ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ, ਜਿਹੜੀ ਕਾਫੀ ਸੁਸਤ ਚੱਲ ਰਹੀ ਹੈ। ਸੋ ਸਹੀ ਪ੍ਰਚਾਰ ਔਰ ਪ੍ਰਚੰਡ ਪ੍ਰਚਾਰ ਦੀ ਲੋੜ ਹੈ, ਤਾਂ ਜੇ ਇਹ ਸਾਡੇ ਜਿਹੜਾ ਨਵੇਕਲਾਪਣ ਹੈ ਉਹ ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਾਇਮ ਰਹਿ ਸਕੇ। ਤੋ ਇੱਕ ਸਵਾਲ ਹੋਰ ਆਇਆ ਸੀ ਸਰ ਰਘਵੀਰ ਸਿੰਘ ਜੀ ਵੱਲੋਂ, ਪਰ ਉਹਦਾ ਉੱਤਰ ਉਹਨਾਂ ਨੂੰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਭੇਜ ਕੇ ਉਹਨਾਂ ਨੇ ਦੇ ਦਿੱਤਾ, ਪਰ ਫਿਰ ਵੀ ਸੰਗਤ ਦੀ ਗਿਆਤਾ ਲਈ ਮੈਂ ਸਵਾਲ ਤੇ ਜਵਾਬ ਦੋਨੋਂ ਪੜ੍ਹਨ ਲੱਗਾ ਜੀ। ਉਹਨਾਂ ਨੇ ਸਵਾਲ ਕੀਤਾ ਸੀ ਕਿ ਜਪਜੀ ਸਾਹਿਬ ਵਿੱਚ ਆਉਂਦਾ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾ। ਉਹ ਕਹਿੰਦੇ ਆਖੈ ਮੰਗੇ ਤਾਂ ਆਪਾਂ ਬਿੰਦੀ ਨਾਲ ਪੜ੍ਹਦੇ, ਪਰੰਤੂ ਦੇਹ ਦੇ ਜਿਹੜਾ ਇਹਨੂੰ ਬਿੰਦੀ ਨਾਲ ਕਿਉਂ ਨਹੀਂ ਪੜ੍ਹਦੇ। ਤੋ ਇਹਦਾ ਜਿਹੜਾ ਉੱਤਰ ਹੈ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਦਾ, ਉਹ ਮੈਂ ਪੜ੍ਹ ਦਿੰਦਾ। ਉਹਨਾਂ ਨੇ ਉੱਤਰ ਦਿੱਤਾ ਕਿ ਆਮ ਤੌਰ ਤੇ ਬਹੁਵਚਨੀ ਕਿਰਿਆਵਾਂ ਦਾ ਨਾਸਕੀ ਉਚਾਰਨ ਹੁੰਦਾ ਹੈ। ਉਪਰੋਕਤ ਤੁਕ ਵਿੱਚ ਆਖੈ ਮੰਗੈ ਬਹੁਵਚਨੀ ਕਿਰਿਆ ਹੈ, ਇਸ ਲਈ ਇਹਨਾਂ ਦਾ ਨਾਸਕੀ ਉਚਾਰਨ ਹੋਵੇਗਾ। ਪਰੰਤੂ ਇਸ ਤੁਕ ਵਿੱਚ ਜਿਹੜਾ ਲਫ਼ਜ਼ ਦੇਹ ਹੈ, ਦੱਦੇ ਨੂੰ ਲਾਂ ਹਾਹੇ ਨੂੰ ਸਿਆਰੀ, ਦੇਹ ਦੇ, ਇਹ ਹੁਕਮੀ ਭਵਿੱਖਤ ਕਾਲ ਦੀ ਕਿਰਿਆ ਹੈ। ਮੈਂ ਰਿਪੀਟ ਕਰ ਰਿਹਾ ਜੀ, ਜਿਹੜਾ ਅੱਖਰ ਦੱਦੇ ਨੂੰ ਲਾਂ ਹਾਹੇ ਨੂੰ ਸਿਆਰੀ, ਦੇਹ ਦੇ ਦੋ ਵਾਰੀ ਆਇਆ, ਇਹ ਹੁਕਮੀ ਭਵਿੱਖਤ ਕਾਲ ਦੀ ਕਿਰਿਆ ਹੈ, ਬਹੁਵਚਨੀ ਕਿਰਿਆ ਨਹੀਂ। ਇਸ ਕਰਕੇ ਇਹਦੇ ਨਾਲ ਇਹਦਾ ਨਾਸਕੀ ਉਚਾਰਨ ਨਹੀਂ ਹੋਏਗਾ, ਬਿੰਦੀ ਨਹੀਂ ਲੱਗੀ। ਹਾਲਾਂਕਿ ਉਚਾਰਨ ਆਪਾਂ ਇੱਦਾਂ ਹੀ ਸਾਰੇ ਕਰਦੇ ਹਾਂ ਕਿ ਆਖਿਆ ਮੰਗਿਆ ਦੇ ਦੇ ਦਾਤ ਕਰੇ ਦਾਦਾ, ਪਰ ਸਰ ਰਘਬੀਰ ਸਿੰਘ ਜੀ ਦੇ ਹੋ ਸਕਦਾ ਮਨ ਵਿੱਚ ਕੋਈ ਆਇਆ ਹੋਵੇ। ਬੜੀ ਚੰਗੀ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਬੇਨਤੀ ਕਰਦਾ ਹੁੰਦਾ ਵੀ ਜਿਤਨੇ ਸਵਾਲ ਆਉਂਦੇ ਨੇ ਉਹ ਸਾਨੂੰ ਇਸ ਗੱਲ ਦੀ ਤਸੱਲੀ ਦਿਵਾਉਂਦੇ ਨੇ ਕਿ ਆਪਾਂ ਗੁਰਬਾਣੀ ਨੂੰ ਬੜੇ ਧਿਆਨ ਨਾਲ ਸਮਝਣ ਦਾ ਯਤਨ ਕਰ ਰਹੇ ਹਾਂ। ਤੋ ਰਘਬੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਵਾਲ ਭੇਜਿਆ, ਔਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਯੂਕੇ ਵਾਲਿਆਂ ਨੇ ਉੱਤਰ ਭੇਜਿਆ, ਉਹਨਾਂ ਦਾ ਵੀ ਧੰਨਵਾਦ ਹੈ। ਅੱਜ ਉਹ ਜੁਆਇਨ ਨਹੀਂ ਕਰ ਸਕੇ ਜਿਸ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ। ਤੋ ਇਹ ਉੱਤਰ ਤੇ ਸਵਾਲ ਜਿਹੜੇ ਨੇ ਇਹ ਦੋਨੋਂ ਮੈਂ ਸੰਗਤ ਦੇ ਸਾਹਮਣੇ ਨਜ਼ਰ ਕੀਤੇ ਨੇ ਤਾਂ ਜੋ ਸਾਰਿਆਂ ਨੂੰ ਇਹਦਾ ਪਤਾ ਲੱਗ ਜਾਏ। ਤੋ ਸਾਧ ਸੰਗਤ ਜੀ, ਅੱਜ ਦਾ ਜਿਹੜਾ ਇਹ ਸੈਸ਼ਨ ਹੈ ਇਹ ਸੰਪੂਰਨ ਹੈ। ਕਿਸੇ ਵੀਰ ਭੈਣ ਨੇ ਕੋਈ ਅੱਜ ਦੇ ਜਿਹੜਾ ਸੈਸ਼ਨ ਚੱਲਿਆ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਹ ਸਾਚਾ ਰਣਜੀਤ ਸਿੰਘ ਜੀ ਬੇਨਤੀ ਹੈ ਕਿ ਉਹ ਸੰਗਤ ਦੇ ਸਾਹਮਣੇ ਆ ਕੇ ਪਤਾ ਕਰ ਲੈਣ। ਤੋ ਇਹ ਜ਼ਿੰਮੇਵਾਰੀ ਨਿਭਾਉਂਦੇ ਆ ਸਾਰੇ ਪੈਨਲ ਦੇ ਮੈਂਬਰਾਂ ਵੱਲੋਂ, ਕਿਸੇ ਕੋਈ ਗਲਤੀ ਹੋ ਸਕਦੀ ਹੈ ਜਾਂ ਕੋਈ ਹੋਰ ਐਸੀ ਗੱਲ ਹੋ ਸਕਦੀ, ਉਹਦੇ ਲਈ ਆਪਾਂ ਸਾਰੇ ਜਿਹੜਾ ਪੈਨਲ ਹੈ ਆਪਾਂ ਸੌਖੇਮੰਦ ਦੀ ਜਾਚਕ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।